आप लिहो तुम कथा सुधारी। सतनाम श्री वाहिगुरु साहिब जियो। सिख संगत सगरे चल आए, दर्शन कर बैठे समुदाये। नंद मोहरी नाम आनंद, तिह नंदन सुंदर मतवंद। वाहिगुरु जी का खालसा वाहिगुरु जी की फतेह। गुरु की साजी नवाजी होई गुरु रूप साध संगत जी। सतगुਰਾਂ ਦੇ ਦਰਬਾਰ ਵਿੱਚ ਸੰਧਿਆ ਦੇ ਦੀਵਾਨ ਸਜੇ ਨੇ। ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਆਪ ਜੀ ਸਫਲਿਆਂ ਕਰ ਰਹੇ ਹੋ। ਗੁਰੂ ਕੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਮਨ ਬਿਰਤੀਆਂ ਨੂੰ ਛੇਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਜੋੜ ਦਈਏ। ਸਤਿਗੁਰੂ ਜੰਗ ਜਿੱਤ ਕੇ ਝਬਾਲ ਆਏ। ਆਪਣੀ ਬੇਟੀ ਬੀਬੀ ਬੀਰੋ ਦਾ ਵਿਆਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਸਾਧੂ ਦੇ ਨਾਲ ਪਿੰਡ ਝਬਾਲ ਦੇ ਵਿੱਚ ਹੀ ਸੰਪੰਨ ਕੀਤਾ ਔਰ ਝਬਾਲ ਤੋਂ ਡਿਓਲੀ ਤੋਰ ਦਿੱਤੀ। ਉੱਥੋਂ ਚੱਲ ਕੇ ਸ੍ਰੀ ਤਰਨਤਾਰਨ ਸਾਹਿਬ ਰਾਤ ਗੁਜ਼ਾਰੀ। ਤਰਨਤਾਰਨ ਸਾਹਿਬ ਤੋਂ ਚਾਲਾ ਪਾ ਕੇ ਸ੍ਰੀ ਗੋਇੰਦਵਾਲ ਸਾਹਿਬ ਆ ਪਹੁੰਚੇ ਹਨ। ਇੱਥੋਂ ਦੀਆਂ ਸੰਗਤਾਂ ਨੂੰ ਬੜਾ ਚਾਅ ਚੜ੍ਹਿਆ। ਸਭ ਨਗਰ ਨਿਵਾਸੀ ਆਪਣੇ ਕੰਮਾਂ ਕਾਰਾਂ ਨੂੰ ਸਮੇਟ ਕੇ ਸਤਿਗੁਰੂ ਜੀ ਦੀ ਹਜ਼ੂਰੀ 'ਚ ਹਾਜ਼ਰ ਹੋਏ ਨੇ। ਜਿਨ੍ਹਾਂ ਵਿੱਚੋਂ ਸਤਿਕਾਰਯੋਗ ਬਾਬਾ ਆਨੰਦ ਜੀ, ਜੋ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਰੀ ਜੀ ਦੇ ਪੁੱਤਰ ਸਨ, ਪਰਿਵਾਰ ਸਮੇਤ ਗੁਰੂ ਚਰਨਾਂ 'ਚ ਹਾਜ਼ਰ ਹੋਏ ਨੇ। ਸਤਿਗੁਰੂ ਮਹਾਰਾਜ ਨੂੰ ਮਿਲਦੇ ਨੇ। ਇਹਨਾਂ ਦੀ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੱਖ ਸੰਗਤ ਸਗਰੇ ਚਲ ਆਏ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਲਈ ਗੁਰੂ ਕੇ ਸਾਰੇ ਸਿੱਖ ਸਾਰੀਆਂ ਸੰਗਤਾਂ ਆ ਗਈਆਂ ਹਨ। ਦਰਸ਼ਨ ਕਰ ਬੈਠੇ ਸਮੁਦਾਏ। ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬੈਠ ਗਈਆਂ ਹਨ। ਨੰਦ ਮੋਹਰੀ ਨਾਮ ਆਨੰਦ। ਬਾਬਾ ਮੋਹਰੀ ਜੀ ਦੇ ਪੁੱਤਰ ਤੇ ਗੁਰੂ ਅਮਰਦਾਸ ਜੀ ਦੇ ਪੋਤਰੇ ਬਾਬਾ ਆਨੰਦ ਜੀ ਵੀ ਆਏ ਹਨ। ਤਿਹ ਨੰਦਨ ਸੁੰਦਰ ਮਤਵੰਦ। ਤੇ ਬਾਬਾ ਆਨੰਦ ਦੇ ਅੱਗੋਂ ਪੁੱਤਰ ਬਾਬਾ ਸੁੰਦਰ ਜੀ, ਇਹ ਗੁਰੂ ਅਮਰਦਾਸ ਜੀ ਦੇ ਪੋਤਰੇ ਪੜਪੋਤਰੇ ਸਨ। ਬਾਬਾ ਗੁਰੂ ਅਮਰਦਾਸ ਸਾਹਿਬ ਦੇ ਦੋ ਪੁੱਤਰ ਸਨ, ਇੱਕ ਬਾਬਾ ਮੋਹਣ ਜੀ, ਇੱਕ ਬਾਬਾ ਮੋਹਰੀ ਜੀ। ਬਾਬਾ ਮੋਹਰੀ ਜੀ ਦੇ ਅੱਗੋਂ ਪੁੱਤਰ ਸਨ ਬਾਬਾ ਆਨੰਦ ਜੀ, ਬਾਬਾ ਅਰਜਾਨੀ ਮੱਲ ਜੀ ਤੇ ਬਾਬਾ ਅਰਥਮਲ ਜੀ। ਤੇ ਬਾਬਾ ਆਨੰਦ ਜੀ ਦਾ ਪੁੱਤਰ ਸੀ ਸੁੰਦਰ, ਪੜਪੋਤਰਾ ਸੀ ਗੁਰੂ ਅਮਰਦਾਸ ਮਹਾਰਾਜ ਦਾ। ਜਿਸ ਨੇ ਸਦ ਬਣਾਏ ਬਖਾਨਾ। ਇਹਨੇ ਬਾਣੀ ਰਾਮ ਕਲੀ ਸਦ, ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀ। ਇਹ ਬਾਬਾ ਸੁੰਦਰ ਜੀ ਨੇ ਬਾਣੀ ਰਚੀ ਹੈ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, 923 ਅੰਗ 'ਤੇ ਹੈ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਉਹਦੇ ਨਿਮਿਤ ਜਦੋਂ ਅਖੰਡ ਪਾਠ ਸਾਹਿਬ ਦਾ, ਸਹਿਜ ਪਾਠ ਸਾਹਿਬ ਦਾ ਭੋਗ ਪੈਂਦਾ ਹੈ, ਉਦੋਂ ਇਹ ਬਾਣੀ ਵਿਸ਼ੇਸ਼ ਕਰਕੇ ਪੜ੍ਹੀ ਜਾਂਦੀ ਹੈ, ਤਾਂ ਕਿ ਗੁਰੂ ਸਾਹਿਬ ਦਾ ਮੈਸੇਜ ਇਸ ਵੇਲੇ ਵਾਸਤੇ ਜੋ ਗੁਰੂ ਅਮਰਦਾਸ ਜੀ ਨੇ ਦਿੱਤਾ ਉਹ ਸਾਡੇ ਕੋਲ ਪਹੁੰਚ ਜਾਵੇ। ਇਹ ਬਾਬਾ ਸੁੰਦਰ ਜੀ ਅਤੇ ਉਹਨਾਂ ਦੇ ਪਿਤਾ ਬਾਬਾ ਆਨੰਦ ਜੀ ਪਰਿਵਾਰ ਜੋ ਭੱਲਿਆਂ ਦਾ ਹੈ, ਉਹਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਆਏ ਹਨ। ਗੁਰੂ ਗ੍ਰੰਥ ਮਹਿ ਲਿਖ ਬੋਠਾਨਾ। ਇਹਨਾਂ ਦਾ ਪਾਵਨ ਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਹੈ, ਬਾਬਾ ਸੁੰਦਰ ਜੀ ਨੇ ਉਚਾਰਿਆ ਹੈ। ਆਗੇ ਧਰ ਪ੍ਰਸਾਦ ਤਿਹ ਸਮੂਹ। ਬਾਬਾ ਸੁੰਦਰ ਜੀ ਤੇ ਉਹਨਾਂ ਦੇ ਪਿਤਾ ਬਾਬਾ ਆਨੰਦ ਜੀ ਦੋਵੇਂ ਪਿਓ ਪੁੱਤਰ, ਹੋਰ ਸਾਰੇ ਗੋਇੰਦਵਾਲ ਸਾਹਿਬ ਦੇ ਸਿੱਖ ਭੱਲੇ ਪਰਿਵਾਰ ਦੇ ਮੁਖੀ ਸੱਜਣ ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਪ੍ਰਸ਼ਾਦ ਰੱਖ ਕੇ ਮੱਥਾ ਟੇਕਿਆ ਹੈ। ਹਰਖਤ ਮਿਲਿਓ ਕਰਤ ਭਾ ਨਮੋ। ਔਰ ਮਹਾਰਾਜ ਨੂੰ ਪ੍ਰਸ਼ਾਦ ਚੜਾ ਕੇ ਨਮਸਕਾਰ ਕਰਕੇ ਖੁਸ਼ੀ ਨਾਲ ਮਿਲੇ ਹਨ।
ਆਦਰ ਅਧਿਕ ਕਰਿਓ ਤਿਸ ਕੇਰਾ। ਮਹਾਰਾਜ ਨੇ ਵੀ ਬਾਬੇ ਸੁੰਦਰ ਦਾ ਬੜਾ ਆਦਰ ਕੀਤਾ। ਬਾਬੇ ਆਨੰਦ ਜੀ ਤਾਂ ਗੁਰੂ ਸਾਹਿਬ ਦੇ ਚਾਚਾ ਜੀ ਲੱਗਦੇ ਸਨ, 6ਵੇਂ ਪਾਤਸ਼ਾਹ ਦੇ, ਕਿਉਂਕਿ ਬਾਬਾ ਆਨੰਦ ਜੀ ਤੇ ਗੁਰੂ ਅਰਜਨ ਦੇਵ ਜੀ ਭਾਈ ਲੱਗਦੇ ਸਨ। ਗੁਰੂ ਅਰਜਨ ਦੇਵ ਜੀ ਦੀ ਭੂਆ ਦੇ ਪੁੱਤਰ ਤੇ ਬਾਬਾ ਆਨੰਦ ਜੀ ਮਾਮੇ ਦੇ ਪੁੱਤਰ, ਇਉਂ ਮਾਮੇ ਫੁੱਫੀਆਂ ਦੇ ਹੋਣ ਕਰਕੇ ਭਾਈ ਲੱਗਦੇ ਸਨ। ਅੱਗੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਬਾਬੇ ਆਨੰਦ ਜੀ ਦੇ ਭਤੀਜੇ ਲੱਗਦੇ ਹਨ ਤੇ ਬਾਬਾ ਆਨੰਦ ਜੀ ਉਹਨਾਂ ਦੇ ਚਾਚਾ ਜੀ ਲੱਗਦੇ ਹਨ। ਸੋ ਇਸੇ ਤਰ੍ਹਾਂ ਉਹਨਾਂ ਦੇ ਪੁੱਤਰ ਬਾਬਾ ਸੁੰਦਰ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਭਾਈ ਹਨ। ਇਹਨਾਂ ਨੂੰ ਬਜ਼ੁਰਗਾਂ ਨੂੰ, ਵੱਡਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬੜਾ ਸਤਿਕਾਰ ਦਿੱਤਾ, ਆਦਰ ਦਿੱਤਾ ਹੈ। ਕਰ ਉਰ ਪ੍ਰੇਮ ਦਰਸ ਗੁਰ ਹੇਰਾ। ਬੜੇ ਪ੍ਰੇਮ ਨਾਲ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਬਾਬਾ ਸੁੰਦਰ ਜੀ ਨੇ ਤੇ ਬਾਬਾ ਆਨੰਦ ਜੀ ਨੇ ਦਰਸ਼ਨ ਕੀਤੇ ਹਨ। ਬੈਠ ਨਿਕਟ ਕੇਤਕ ਚਿਰ ਪਾਛੇ। ਕੁਝ ਸਮਾਂ ਕੋਲ ਬਹਿ ਕੇ ਹਾਥ ਜੋੜ ਬੋਲਿਓ ਬਚ ਆਛੇ। ਬੜੇ ਪ੍ਰੇਮ ਨਾਲ ਬਾਬਾ ਸੁੰਦਰ ਜੀ ਹੱਥ ਜੋੜ ਕੇ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਰਹੇ। ਪਹਿਲਾਂ ਤਾਂ 10-20 ਮਿੰਟ, ਅੱਧਾ ਘੰਟਾ ਬੀਤ ਗਿਆ। ਫਿਰ ਮੌਕਾ ਪਾ ਕੇ ਬਾਬਾ ਸੁੰਦਰ ਜੀ ਬੇਨਤੀ ਕਰਦੇ ਹਨ। ਪੰਚਹੋਂ ਪਾਤਸ਼ਾਹੋ ਗੁਰ ਪੂਰੇ। ਇਹ ਸਤਿਗੁਰੂ ਜੀ 5 ਪਾਤਸ਼ਾਹੀਆਂ ਆਪ ਜੀ ਤੋਂ ਪਹਿਲਾਂ ਹੋ ਚੁੱਕੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਅਮਰਦਾਸ ਸਾਹਿਬ ਜੀ, ਸਤਿਗੁਰੂ ਰਾਮਦਾਸ ਸਾਹਿਬ ਜੀ ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ। 5 ਪਾਤਸ਼ਾਹੀਆਂ, 5 ਗੁਰੂ ਸਾਹਿਬਾਨ ਤੁਹਾਡੇ ਤੋਂ ਪਹਿਲਾਂ ਇਸ ਗੱਦੀ ਤੇ ਬਿਰਾਜਮਾਨ ਹੋ ਕੇ ਸੰਗਤਾਂ ਦਾ ਭਲਾ ਕਰ ਚੁੱਕੇ ਹਨ। ਸ਼ਾਂਤ ਬ੍ਰਿਤੀ ਜਿਨ ਕੀ ਨਿਤ ਰੂਰੇ। ਇਹਨਾਂ 5 ਪਾਤਸ਼ਾਹੀਆਂ ਦੀ ਸ਼ਾਂਤ ਬਿਰਤੀ ਸੀ, ਬੜਾ ਸੋਹਣਾ ਸੁਭਾਅ ਸੀ, ਮਿੱਠ ਬੋਲੜੇ, ਸਭ ਨਾਲ ਪਿਆਰ ਕਰਨ ਵਾਲੇ ਔਰ ਬੜੇ ਸ਼ਾਂਤ ਸਰੂਪ ਸਨ 5 ਗੁਰੂ ਮਹਾਰਾਜ। ਹਾਂਜੀ, ਤੈਸੋ ਸਿੱਖਨ ਕੋ ਉਪਦੇਸ਼। ਤੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਉਪਦੇਸ਼ ਵੀ ਪਿਆਰ ਦਾ ਹੀ ਦਿੰਦੇ ਸਨ। ਸ਼ਾਂਤੀ ਤੇ ਪ੍ਰੇਮ ਦੇ ਮੁਜੱਸਬੇ ਸਨ ਤੇ ਸੰਗਤਾਂ ਨੂੰ ਵੀ ਸ਼ਾਂਤੀ ਪ੍ਰੇਮ ਹੀ ਸਿਖਾਉਂਦੇ ਸਨ ਮਹਾਰਾਜ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਦੇਤ ਸਦਾ ਅਰਕਟਤ ਕਲੇਸ਼। ਪਿਆਰ ਦਾ ਉਪਦੇਸ਼ ਦਿੰਦੇ ਸਨ। ਸਾਰਿਆਂ ਵਿੱਚ ਸ਼ਾਂਤੀ ਪਿਆਰ ਬਣਿਆ ਰਵੇ, ਇਹ ਸਿੱਖਿਆ ਦਿੰਦੇ ਸਨ। ਤੇ ਗੁਰੂ ਸਾਹਿਬ ਦੂਜਿਆਂ ਦੇ ਦੁੱਖ ਦੂਰ ਕਰਦੇ ਸਨ, ਕਲੇਸ਼ਾਂ ਨੂੰ ਕੱਟਦੇ ਸਨ, ਬਿਘਨਾਂ ਦਾ ਨਾਸ ਕਰਦੇ ਸਨ। ਰੀਤ ਆਪ ਨੇ ਅਪਰ ਚਲਾਈ। ਮਹਾਰਾਜ 6ਵੇਂ ਪਾਤਸ਼ਾਹ ਜੀ ਆਪ ਜੀ ਨੇ ਨਵੀਂ ਰੀਤੀ ਚਲਾ ਲਈ ਹੈ। ਆਪ ਜੀ ਨੇ ਪਹਿਲੇ ਗੁਰੂ ਸਾਹਿਬਾਂ ਨਾਲੋਂ ਹਟ ਕੇ ਕੁਝ ਨਵਾਂ ਹੀ ਕੀਤਾ ਹੈ। ਧਾਰੇ ਸ਼ਸਤਰ ਅੰਗ ਸਮੁਦਾਈ। ਆਪਣੇ ਸਰੀਰ ਤੇ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕਰ ਲਈਆਂ ਨੇ, ਸ਼ਸਤਰ ਹਥਿਆਰ ਰੱਖ ਲਏ ਨੇ, ਫੌਜਾਂ ਰੱਖ ਲਈਆਂ ਨੇ। ਕਾਰਜ ਕਰੇ ਕਲੇਸ਼ਨ ਕੇਰੇ। ਮਹਾਰਾਜ ਇਹ ਫੌਜਾਂ ਤੇ ਘੋੜੇ ਤੇ ਸ਼ਸਤਰ ਰੱਖਣੇ, ਸ਼ਿਕਾਰ ਖੇਡਣਾ, ਜੰਗ ਦੀਆਂ ਬਿਰਤੀਆਂ ਬਣ ਰੱਖਣੀਆਂ, ਇਹ ਤਾਂ ਕਲੇਸ਼ ਦਾ ਘਰ ਹੈ। ਲੜਾਈ ਤਾਂ ਹੋਣੀ ਹੋਣੀ ਹੈ। ਜਦੋਂ ਹਥਿਆਰ ਰੱਖਾਂਗੇ, ਘੋੜੇ ਰੱਖਾਂਗੇ, ਫੌਜ ਰੱਖਾਂਗੇ, ਸ਼ਾਂਤੀ ਨਹੀਂ ਰਹਿ ਸਕਦੀ। ਫਿਰ ਖੰਡਾ ਖੜਕਦਾ, ਠਾ ਠਾ ਹੁੰਦੀ ਹੈ। ਗੁਰੂ ਜੀ ਤੁਰਕਨ ਸੋ ਸੰਗਰਾਮ ਕਨੇਰੇ। ਤੁਰਕਾਂ ਨਾਲ ਮਹਾਰਾਜ ਯੁੱਧ ਹੁੰਦੇ। ਹੁਣ ਤੁਸੀਂ ਯੁੱਧ ਲੜ ਕੇ ਆਏ ਹੋ, ਤੁਰਕਾਂ ਨਾਲ ਐਡਾ ਵੱਡਾ ਯੁੱਧ ਕਰਕੇ ਆਏ ਹੋ। ਹਮਨੇ ਸੁਨਿਓ ਸ਼ਾਹ ਦਲ ਪਹਾਰੋ। ਅਸੀਂ ਹੁਣੇ ਖਬਰ ਸੁਣੀ ਹੈ ਕਿ ਬਾਦਸ਼ਾਹ ਸ਼ਾਹਜਹਾਨ ਦੀ ਵੱਡੀ ਫੌਜ ਚੜ੍ਹ ਕੇ ਆਈ ਸੀ ਤੁਹਾਡੇ ਨਾਲ ਜੰਗ ਕਰਨ ਲਈ। ਕਰ ਸੰਗਰ ਕੋ ਸਭ ਹੂੰ ਮਾਰੋ। ਤੁਸੀਂ ਯੁੱਧ ਕਰਕੇ ਸਾਰੀ ਫੌਜ ਰਣ ਤੱਤੇ 'ਚ ਮਾਰੀ ਹੈ। ਮੈਦਾਨੇ ਜੰਗ ਵਿੱਚ ਵੈਰੀਆਂ ਦੇ ਦੰਦ ਖੱਟੇ ਕੀਤੇ ਹਨ ਤੇ ਦੁਸ਼ਮਣ ਦੀ ਫੌਜ ਨੂੰ ਗਰਦ ਵਿੱਚ ਮਿਲਾ ਦਿੱਤਾ ਹੈ। ਵਿਆਹੋ ਸੋਜ ਆਦਿਕ ਘਰ ਸਾਰਾ। ਮਹਾਰਾਜ ਇੱਧਰ ਆਪਣੀ ਬੇਟੀ ਦਾ ਵਿਆਹ ਰਚੀ ਬੈਠੇ ਸੀ ਤੁਸੀਂ, ਉਹ ਵਿਆਹ ਦੀ ਸਮੱਗਰੀ ਵੀ ਖਿੰਡ ਪੁੰਡ ਗਈ। ਵਿਆਹ ਦੇ ਬਣੀਆਂ ਮਠਿਆਈਆਂ ਵੀ ਬਰਾਤੀਆਂ ਨੇ ਨਹੀਂ ਖਾਧੀਆਂ, ਬਲਕਿ ਤੁਰਕਾਂ ਨੇ ਖਾਧੀਆਂ। ਤੇ ਜਿਹੜਾ ਘਰ ਦਾ ਸਮਾਨ ਉਹ ਵੀ ਸਾਰਾ ਉਜੜ ਪੁਜੜ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਬੜਾ ਨੁਕਸਾਨ ਹੋਇਆ ਸੁਣਿਆ। ਲੁੱਟਿਓ ਤੁਰਕ ਗਨ ਕੀਨ ਉਜਾਰਾ। ਤੁਰਕਾਂ ਨੇ ਗੁਰੂ ਕੀ ਨਗਰੀ ਉਜਾੜ ਦਿੱਤੀ ਹੈ।
ਬਹੁਤ ਨੁਕਸਾਨ ਹੋਇਆ ਮਹਾਰਾਜ। ਸੁਣਿਆ ਵੀ ਸਾਰਾ ਕੁਝ ਲੁੱਟਿਆ ਗਿਆ ਹੈ। ਰੀਤ ਪਾਛਲੀ ਰਾਵਰ ਤਿਆਗੀ। ਮਹਾਰਾਜ ਆਪ ਜੀ ਨੇ ਪਿਛਲੀ ਰੀਤੀ ਰਿਵਾਜ ਕਿਉਂ ਛੱਡ ਦਿੱਤੀ? ਸੁਣਿਆ ਵੀ ਤੁਸੀਂ ਪਿਛਲੇ ਗੁਰੂਆਂ ਦੀ ਤਰ੍ਹਾਂ ਹੁਣ ਸ਼ਾਂਤੀ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਹਰ ਵੇਲੇ ਜੰਗ ਦੀਆਂ ਗੱਲਾਂ ਕਰਦੇ ਹੋ, ਜੰਗ ਦੀਆਂ ਹੀ ਗੱਲਾਂ ਸੁਣਦੇ ਹੋ। ਸ਼ਸਤਰ ਨਹੀਂਨ ਕੇ ਪਹਿ ਅਨੁਰਾਗੀ। ਮਹਾਰਾਜ ਘੋੜਿਆਂ ਦੇ ਤੇ ਸ਼ਸਤਰਾਂ ਦੇ ਪ੍ਰੇਮੀ ਹੋ। ਸ਼ਸਤਰਾਂ ਦੇ ਤੇ ਹਯਨ ਕਹਿੰਦੇ ਘੋੜਿਆਂ ਨੂੰ। ਮਹਾਰਾਜ ਤੁਸੀਂ ਘੋੜਿਆਂ ਦੇ ਅਨੁਰਾਗੀ ਯਾਨੀ ਪ੍ਰੇਮੀ ਬਣ ਗਏ। ਚੰਗੇ ਚੰਗੇ ਘੋੜੇ ਰੱਖਦੇ ਹੋ, ਕਹਿੰਦੇ ਹੋ ਵੀ ਸਾਡੀ ਖੁਸ਼ੀ ਲੈਣੀ ਹੈ ਤੇ ਚੰਗਾ ਘੋੜਾ ਅਰਦਾਸੇ ਕਰਾਓ। ਸਾਡੀ ਖੁਸ਼ੀ ਲੈਣੀ ਹੈ ਤੇ ਚੰਗੀ ਬੰਦੂਕ ਲਿਆ ਕੇ ਦਿਓ, ਤੀਰ ਕਮਾਨ ਦਿਓ, ਚੰਗੇ ਕੁਖੰਡੇ ਤੇਗੇ ਬਰਛੇ ਦਿਓ। ਮਹਾਰਾਜ ਆਪ ਜੀ ਸ਼ਸਤਰਾਂ ਦੇ ਤੇ ਘੋੜਿਆਂ ਦੇ ਪ੍ਰੇਮੀ ਹੋ ਗਏ ਹੋ ਹੁਣ। ਸੁਨ ਸੁੰਦਰ ਤੇ ਹਰਿ ਗੋਵਿੰਦ। ਇਹ ਮਹਾਰਾਜ ਆਪ ਜੀ ਨੇ ਕੀ ਲੀਲਾ ਕੀਤੀ ਹੈ। ਜਦੋਂ ਬਾਬਾ ਸੁੰਦਰ ਜੀ ਨੇ ਇਹ ਸਵਾਲ 6ਵੇਂ ਪਾਤਸ਼ਾਹ ਤੋਂ ਪੁੱਛਿਆ, ਬੋਲੇ ਕਰੁਣਾ ਕਰਤ ਬਿਲੰਦ। ਤੇ ਮਹਾਰਾਜ ਕਿਰਪਾ ਕਰਕੇ ਬੋਲੇ 6ਵੇਂ ਪਾਤਸ਼ਾਹ ਜੀ, ਕਰਤਾ ਪੁਰਖ ਅਕਾਲ ਕਿਰਪਾਲ। ਮਹਾਰਾਜ ਕਹਿੰਦੇ ਭਰਾ ਜੀ, ਕਿਉਂਕਿ ਬਾਬਾ ਸੁੰਦਰ ਜੀ ਗੁਰੂ ਹਰਗੋਬਿੰਦ ਗੁਰੂ ਅਮਰਦਾਸ ਦੇ ਪੜਪੋਤਰੇ ਨੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਤਰ੍ਹਾਂ ਨਾਲ ਪੜਦੋਤਰੇ ਨੇ, ਕਿਉਂ ਬੀਬੀ ਭਾਨੀ ਦੇ ਪੋਤਰੇ ਨੇ ਤੇ ਇਸ ਕਰਕੇ ਭਰਾ ਲੱਗਦੇ ਨੇ, ਇੱਕ ਦੂਜੀ ਨੂੰ ਬਹੁਤ ਪਿਆਰ ਵੀ ਕਰਦੇ ਨੇ। ਤੇ 6ਵੇਂ ਪਾਤਸ਼ਾਹ ਕਹਿੰਦੇ ਭਰਾ ਜੀ, ਕਰਤਾ ਪੁਰਖ ਅਕਾਲ ਦਿਆਲ, ਉਹ ਜਿਹੜਾ ਵਾਹਿਗੁਰੂ ਕਿਰਪਾਲੂ ਦਿਆਲੂ ਹੈ ਨਾ, ਮੇਰਾ ਦਾ ਸਾਈਂ ਅਕਾਲ ਪੁਰਖ, ਸਾਰੀ ਸ੍ਰਿਸ਼ਟੀ ਜਿਹਨੇ ਪੈਦਾ ਕੀਤੀ ਹੈ, ਜਿਹਦੇ ਹੁਕਮ ਵਿੱਚ ਇਹ ਸਭ ਸੰਸਾਰ ਚੱਲ ਰਿਹਾ, ਪੱਤਾ ਪੱਤਾ ਉਹਦੇ ਹੁਕਮ 'ਚ ਹੈ, ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ। ਕਰਹਿ ਸੁਹਮ ਤਿਨ ਆਗਿਆ ਨਾਲ। ਅਸੀਂ ਉਹਦੇ ਹੁਕਮ ਨਾਲ ਕਰ ਰਹੇ ਹਾਂ। ਜੋ ਮੇਰੇ ਵਾਹਿਗੁਰੂ ਦਾ ਅਕਾਲ ਪੁਰਖ ਦਾ ਹੁਕਮ ਆ ਰਿਹਾ, ਅਸੀਂ ਉਹਦੀ ਆਗਿਆ ਵਿੱਚ ਇਹ ਸਾਰੀ ਖੇਡ ਕਰ ਰਹੇ ਹਾਂ। ਇਹ ਸ਼ਸਤਰ ਰੱਖਣੇ, ਘੋੜੇ ਰੱਖਣੇ, ਫੌਜਾਂ ਰੱਖਣੀਆਂ, ਜੰਗ ਯੁੱਧ ਕਰਨੇ, ਇਹ ਸਾਨੂੰ ਉਸ ਵਾਹਿਗੁਰੂ ਦਾ ਹੁਕਮ ਆਇਆ, ਅਸੀਂ ਤੇ ਹੁਕਮ ਮੰਨਣਾ। ਹਾਂਜੀ, ਜਿਮ ਰਜਾਏ ਤਿਮ ਹੀ ਬਨ ਆਵੈ। ਜਿਵੇਂ ਉਹਦੀ ਰਜਾ, ਜਿਵੇਂ ਉਹਦਾ ਹੁਕਮ ਉਵੇਂ ਹੀ ਕਰਨਾ ਬਣਦਾ ਨਾ। ਹੁਕਮ ਦੇ ਅੰਦਰ ਹੀ ਚੱਲਣਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਸਭ ਉਹਦੇ ਹੁਕਮ ਵਿੱਚ, ਪੱਤਾ ਪੱਤਾ ਉਹਦੇ ਹੁਕਮ, ਜਰਾ ਜਰਾ ਉਹਦੇ ਹੁਕਮ 'ਚ। ਉਹਦੇ ਹੁਕਮ ਤੋਂ ਬਿਨਾਂ ਤੇ ਕੁਛ ਹੋ ਹੀ ਨਹੀਂ ਸਕਦਾ। ਉਹਦੇ ਹੁਕਮ ਨਾਲ ਹੀ ਅਸੀਂ ਜੰਗ ਯੁੱਧ ਕਰਨ ਦੀ ਤਿਆਰੀ ਕੀਤੀ ਹੈ। ਇਹ ਫੌਜਾਂ ਰੱਖੀਆਂ, ਸ਼ਸਤਰ ਰੱਖੇ, ਘੋੜੇ ਰੱਖੇ, ਇਹ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੈ। ਤੁਰਕਨ ਬ੍ਰਿੰਦ ਬਿਨਾਸ਼ਨ ਭਾਵੈ। ਕਿਉਂਕਿ ਵਾਹਿਗੁਰੂ ਨੂੰ ਹੁਣ ਮਨਜ਼ੂਰ ਹੈ ਵੀ 700 ਸਾਲਾਂ ਦਾ ਜਿਹੜਾ ਇਹਨਾਂ ਤੁਰਕਾਂ ਦਾ ਰਾਜ, ਇਹਨਾਂ ਮੁਗਲਾਂ ਦਾ, ਜ਼ਾਲਮਾਂ ਦਾ ਰਾਜ ਹਿੰਦੁਸਤਾਨ 'ਚ ਹੋਇਆ ਸੀ, ਹੁਣ ਉਹ ਮਿਟਾਉਣ ਦਾ ਸਮਾਂ ਆ ਗਿਆ। ਹੁਣ ਇਹਨਾਂ ਦੀ ਜੜ੍ਹਾਂ ਪੁੱਟਣ ਦਾ ਟਾਈਮ ਆ ਗਿਆ। ਇਹ ਬੜੇ ਚਿਰਾਂ ਤੋਂ ਦੁਨੀਆ 'ਤੇ ਜ਼ੁਲਮ ਜ਼ਬਰ ਕਰਦੇ ਆ ਰਹੇ ਨੇ, ਸਦੀਆਂ ਬੀਤ ਗਈਆਂ ਨੇ ਤੇ ਹੁਣ ਇਹਨਾਂ ਦੇ ਘੜੇ ਪਾਪਾਂ ਦੇ ਭਰ ਚੁੱਕੇ ਨੇ। ਭਏ ਨਿਚਿੰਤ ਪਾਪ ਕੋ ਲਾਗੇ। ਇਹ ਬੇਫਿਕਰ ਹੋ ਕੇ, ਨਿਸ਼ਚਿੰਤ ਹੋ ਕੇ ਪਾਪਾਂ 'ਚ ਲੱਗੇ ਨੇ। ਇਹ ਰੱਬ ਤੋਂ ਡਰਦੇ ਹੀ ਨਹੀਂ। ਇਹ ਗਰੀਬਾਂ ਨੂੰ ਮਾਰਨ ਗਊ, ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਇਹਨਾਂ ਨੇ ਤੇ ਗਊ ਗਰੀਬ ਨੂੰ ਬਹੁਤ ਜ਼ੁਲਮ ਕੀਤੇ, ਬਹੁਤ ਦੁੱਖ ਦਿੱਤੇ ਨੇ, ਮਾਰਦੇ ਨੇ। ਧਰਤੀ ਤੇ ਪਾਪ ਇਹਨਾਂ ਨੇ ਵਿਸਥਾਰ ਦਿੱਤੇ ਨੇ। ਛਿਤ ਪਰ ਭਰ ਗਈ ਪ੍ਰਭ ਆਗੇ। ਇਹ ਧਰਤੀ ਤੇ ਇਹਨਾਂ ਪਾਪੀਆਂ ਦੇ ਪਾਪਾਂ ਦਾ ਭਾਰ ਇੰਨਾ ਹੋ ਗਿਆ ਵੀ ਧਰਤੀ ਕੋਲੋਂ ਹੁਣ ਇਹਨਾਂ ਦਾ ਭਾਰ ਝੱਲਿਆ ਨਹੀਂ ਜਾਂਦਾ। ਅਬ ਹਮ ਸਨੈ ਸਨੈ ਸਭ ਰਾਜ। ਇਹ ਹੁਣ ਧਰਤੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਗਈ ਹੈ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਗੁਰੂ ਗ੍ਰੰਥ ਸਾਹਿਬ ਵਿੱਚ ਪੰਕਤੀ ਆਉਂਦੀ ਹੈ, ਪਾਵਨ ਸ਼ਲੋਕ ਆਉਂਦਾ ਹੈ ਬਈ ਧਰਤੀ ਪੁਕਾਰ ਕਰਦੀ ਵਾਹਿਗੁਰੂ ਦੇ ਚਰਨਾਂ ਵਿੱਚ ਵੀ ਵਾਹਿਗੁਰੂ ਮੇਰੇ ਤੇ ਪਾਪੀਆਂ ਨੇ ਬਹੁਤ ਜ਼ਿਆਦਾ ਅਤਿਆਚਾਰ ਕੀਤੇ ਨੇ, ਬੜੇ ਪਾਪਾਂ ਦਾ ਭਾਰ ਪੈ ਗਿਆ।
ਤੇ ਮਹਾਰਾਜ ਨੇ ਹੱਦ ਕਰ ਦਿੱਤੀ ਪਾਪਾਂ ਦੀ, ਹੁਣ ਇਹਦਾ ਭਾਰ ਹੌਲਾ ਕਰੋ। ਤੇ ਅਕਾਲ ਪੁਰਖ ਕਹਿੰਦੇ ਵੀ ਤੂੰ ਫਿਕਰ ਨਾ ਕਰ, ਅਸੀਂ ਆਵਾਂਗੇ ਤੇਰਾ ਭਾਰ ਹੌਲਾ ਕਰਾਂਗੇ। ਸੋ ਉਹ ਅਕਾਲ ਪੁਰਖ ਜੀ ਦਾ ਹੀ ਰੂਪ ਗੁਰੂ ਨਾਨਕ ਦੇਵ ਜੀ ਆਏ ਨੇ। ਉਹਨਾਂ ਦਾ ਹੀ 6ਵਾਂ ਰੂਪ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਨੇ ਕਿ ਪਾਪੀਆਂ ਦੀ ਪੁਕਾਰ, ਪਾਪੀਆਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਧਰਤੀ ਦੀ ਪੁਕਾਰ ਸੁਣ ਕੇ ਵਾਹਿਗੁਰੂ ਨੇ ਸਾਨੂੰ ਭੇਜਿਆ ਹੈ। ਕਰਹਿ ਬਿਨਾਸ਼ਨ ਸਕਲ ਸਮਾਜ। ਹੁਣ ਇਹਨਾਂ ਪਾਪੀਆਂ ਦੀਆਂ ਜੜ੍ਹਾਂ ਪੁੱਟਾਂਗੇ, ਇਹਨਾਂ ਦਾ ਰਾਜ ਸਾਜ ਸਮਾਜ ਸਭ ਖਤਮ ਕਰ ਦਿਆਂਗੇ। ਨਿਜ ਸਿੱਖੀਅਨ ਕੋ ਸਗਰੋ ਦੈ ਹੈ। ਇਹ ਰਾਜ ਖੋਹ ਕੇ ਅਸੀਂ ਆਪਣੇ ਸਿੱਖਾਂ ਨੂੰ ਦਿਆਂਗੇ। ਇਨ ਗਰੀਬ ਸਿੱਖਣ ਕੋ ਦੈਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਮਹਾਰਾਜ ਕਹਿੰਦੇ ਜਿਹੜੇ ਗਰੀਬ ਮੇਰੇ ਸਿੱਖ ਨੇ ਨਾ, ਇਹਨਾਂ ਨੂੰ ਰਾਜੇ ਬਣਾ ਦਿਆਂਗਾ, ਪਾਤਸ਼ਾਹੀਆਂ ਕਰਾਵਾਂਗਾ, ਸਰਦਾਰੀਆਂ ਦਿਆਂਗਾ, ਇਹਨਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾ ਦਿਆਂਗੇ, ਇਹਨਾਂ ਨੂੰ ਅਸੀਂ ਚਿੜੀਆਂ ਤੋਂ ਬਾਜ ਬਣਾ ਦਿਆਂਗੇ। ਹਾਂਜੀ, ਚਲਹਿ ਕੁਚਾਲ ਤੁਰਕ ਸਭ ਛੈ ਹੈ। ਇਹ ਜਿਹੜੇ ਤੁਰਕ ਨੇ ਭੈੜੀਆਂ ਚਾਲਾਂ ਚੱਲਦੇ ਨੇ, ਪੁੱਠੇ ਰਾਹ ਤੁਰਦੇ ਨੇ, ਇਹ ਸਾਰੇ ਨਾਸ ਹੋ ਜਾਣਗੇ। ਇਹਨਾਂ ਦੀਆਂ ਜੜ੍ਹਾਂ ਖਾਰੇ ਸਮੁੰਦਰ 'ਚ ਸੁੱਟ ਦਿਆਂਗਾ। ਇਸ ਹਿਤ ਹਮਨੇ ਆਯੁਧ ਧਾਰੇ। ਇਹ ਭਰਾ ਸੁੰਦਰ ਜੀ, ਇਸੇ ਕਰਕੇ ਅਸੀਂ ਸ਼ਸਤਰ ਰੱਖੇ ਨੇ। ਸਾਨੂੰ ਅਕਾਲ ਪੁਰਖ ਵੱਲੋਂ ਹੁਕਮ ਆਇਆ ਵੀ ਸ਼ਸਤਰ ਸਜਾ ਲਓ ਤੇ ਜ਼ੁਲਮ ਦੀਆਂ ਜੜ੍ਹਾਂ ਪੁੱਟ ਦਿਓ। ਪ੍ਰਥਮ ਭਇਓ ਰਣ ਰਿਪ ਗੁਣ ਮਾਰੇ। ਹਾਂ, ਪਹਿਲਾਂ ਵੀ ਜੰਗ ਹੋਏ ਨੇ, ਯੁੱਧ ਹੋਏ ਨੇ ਪਿਛਲੇ ਸਮਿਆਂ ਵਿੱਚ, ਤੇ ਇਸ ਯੁੱਗ ਵਿੱਚ ਵੀ ਅਸੀਂ ਯੁੱਧ ਕਰਨੇ ਨੇ। ਪਹਿਲਾ ਜੰਗ ਅੰਮ੍ਰਿਤਸਰ ਹੋਇਆ, ਜਿਹੜਾ ਅਸੀਂ ਹੁਣ ਜਿੱਤ ਕੇ ਆਏ ਹਾਂ। 7000 ਤੁਰਕਾਂ ਨੂੰ ਮਾਰਿਆ ਰਣ ਤੱਤੇ ਵਿੱਚ। ਸੁਨ ਸੁੰਦਰ ਪਨ ਬੰਧਨ ਕੀਨ। ਮਹਾਰਾਜ ਦੇ ਬਚਨ ਸੁਣ ਕੇ ਬਾਬਾ ਸੁੰਦਰ ਜੀ ਨੇ ਮੱਥਾ ਟੇਕਿਆ। ਧਰਿਓ ਹਾਥ ਸਿਰ ਗੁਰੂ ਪ੍ਰਵੀਨ। ਤੇ ਗੁਰੂ ਸਾਹਿਬ ਨੇ ਬਾਬਾ ਜੀ ਦੇ ਸਿਰ ਤੇ ਮਿਹਰਾਂ ਦਾ ਹੱਥ ਰੱਖਿਆ। ਸਤਿਗੁਰ ਵੱਡੇ ਅਮਰ ਜੀ ਹੋਏ। ਤੇ ਮਹਾਰਾਜ ਕਹਿੰਦੇ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਤੀਸਰੇ ਪਾਤਸ਼ਾਹ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਧੰਨ ਗੁਰੂ ਅਮਰਦਾਸ ਵੱਡਿਆਂ ਤੋਂ ਵੱਡੇ ਹੋਏ ਹਨ। ਬਹੁ ਸਿੱਖਨ ਮਨ ਮੋਹ ਬਿਗੋਏ। ਜਿਨ੍ਹਾਂ ਨੇ ਆਪਣੇ ਸਿੱਖਾਂ ਦੇ ਮਨਾਂ ਵਿੱਚੋਂ ਮੋਹ ਮਾਇਆ ਨੂੰ ਕੱਢ ਦਿੱਤਾ ਹੈ। ਸਭ ਤੋਂ ਔਖਾ ਹੁੰਦਾ ਸਿੱਖ ਦੇ ਮਨ 'ਚੋਂ ਮੋਹ ਮਿਟਾਉਣਾ। ਇਹ ਗੁਰੂ ਮਿਟਾ ਸਕਦਾ ਹੈ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਸੰਤੋ ਇਹਾ ਬਤਾਵੋ ਕਾਰੀ। ਸਾਧ ਸੰਗਤ ਜੀ, ਅਸੀਂ ਦੁਖੀ ਹਾਂ, ਸਾਰੇ ਹੀ ਦੁਖੀ ਹਾਂ। ਤੇ ਕਾਰਨ ਕੀ ਹੈ? ਕਾਰਨ ਸਾਡਾ ਮੋਹ ਹੈ। ਇਸ ਦੁਨੀਆ ਨਾਲ ਮੋਹ, ਪਰਿਵਾਰ ਨਾਲ ਮੋਹ, ਆਪਣੀ ਪੋਜੀਸ਼ਨ ਨਾਲ ਮੋਹ, ਆਪਣੇ ਸਰੀਰ ਨਾਲ ਮੋਹ, ਆਪਣੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨਾਲ ਸਾਡਾ ਮੋਹ ਹੈ। ਇਹ ਮੋਹ ਕੱਟਣਾ ਕੋਈ ਸੌਖਾ ਨਹੀਂ। ਕਥਾ ਕਰ ਲੈਣੀ ਸੌਖੀ, ਸੁਣ ਲੈਣੀ ਸੌਖੀ, ਪਰ ਮੋਹ ਮਿਟਾਉਣਾ ਬੜਾ ਔਖਾ ਹੈ। ਧੰਨ ਗੁਰੂ ਅਮਰਦਾਸ ਜਿਹਦੇ ਸਿਰ ਤੇ ਹੱਥ ਰੱਖਦੇ ਉਹਦੇ ਮਨ 'ਚੋਂ ਮੋਹ ਮਿਟਦਾ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਮੋਹ ਮਿਟਦਾ, ਜਿਨ੍ਹਾਂ ਦੇ ਅੰਦਰ ਸ਼ਬਦ ਦੀ ਕਲਾ ਵਰਤਦੀ ਹੈ, ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤਿਨ ਸੁਤ ਕੇ ਪੋਤੇ ਤੁਮ ਅਹੋ। ਧੰਨ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ, ਤੇ ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ, ਤੇ ਬਾਬਾ ਆਨੰਦ ਜੀ ਦੇ ਪੁੱਤਰ ਤੁਸੀਂ ਹੋ ਬਾਬਾ ਸੁੰਦਰ ਜੀ। ਵੱਡੇ ਥਾਨ ਮਹਿ ਸ਼ੋਭਾ ਲਹੋ। ਸਾਡੇ ਤੋਂ ਵੱਡੇ ਹੋ। ਇੱਕ ਤਾਂ ਗੁਰੂ ਪੋਤਰੇ ਹੋ, ਗੁਰੂ ਮਹਾਰਾਜ ਦੇ ਪੜਪੋਤਰੇ ਗੁਰੂ ਅਮਰਦਾਸ ਜੀ ਦੇ। ਦੂਜਾ ਰਿਸ਼ਤੇ ਵਿੱਚ ਵੀ ਸਾਡੇ ਤੋਂ ਵੱਡੇ ਭਰਾ ਲੱਗਦੇ ਹੋ ਸਾਡੇ। ਇਤਨੇ ਮਹਿ ਸੁੰਦਰ ਕੀ ਮਾਤਾ। ਇੰਨੇ ਨੂੰ ਸਾਧ ਸੰਗਤ ਜੀ ਜਦੋਂ ਬਾਬਾ ਸੁੰਦਰ ਜੀ ਨਾਲ ਤੇ ਬਾਬਾ ਆਨੰਦ ਜੀ ਨਾਲ ਛੇਵੇਂ ਪਾਤਸ਼ਾਹ ਪ੍ਰੇਮ ਦੇ ਬਚਨ ਕਰ ਰਹੇ ਸਨ। ਬਾਬਾ ਸੁੰਦਰ ਜੀ ਦੀ ਮਾਂ
ਤੇ ਬਾਬੇ ਆਨੰਦ ਜੀ ਦੀ ਧਰਮ ਪਤਨੀ ਜੋ ਬਿਰਧ ਹੋ ਚੁੱਕੀ ਸੀ, ਕਿਉਂਕਿ ਪਰਿਵਾਰ ਬੜਾ ਵੱਡਾ ਸੀ। ਇਹ ਗੁਰੂ ਅਮਰਦਾਸ ਦੀ ਪੋਤਰੇ ਨੂੰਹ ਸੀਗੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਭਰਜਾਈ ਲੱਗਦੀ ਸੀ। ਇਹ ਚੱਲ ਕੇ ਆ ਗਈ ਹੈ। ਆਈ ਪ੍ਰੇਮ ਧਰੇ ਮਨ ਰਾਤਾ। ਬੜੇ ਪ੍ਰੇਮ ਦੇ ਵਿੱਚ, ਪੁਰਾਣੀਆਂ ਮਾਈਆਂ 'ਚ ਪਿਆਰ ਬੜਾ ਦੇ, ਮਾਮੀਆਂ ਹੋਣ, ਚਾਚੀਆਂ, ਤਾਈਆਂ, ਮਾਸੀਆਂ। ਅੱਜ ਕੱਲ੍ਹ ਤੇ ਸਾਧ ਸੰਗਤ ਜੀ ਪਿਆਰ ਮੁਹੱਬਤ ਬਹੁਤ ਘਟ ਗਿਆ ਹੈ ਰਿਸ਼ਤੇਦਾਰੀਆਂ ਵਿੱਚ। ਜੇ ਕੋਈ ਜਾਵੇ ਵੀ ਕਿਸੇ ਦੇ ਘਰ ਤੇ ਅੱਧਾ ਘੰਟਾ ਰਹਿ ਕੇ ਕਹਿੰਦੇ ਬਸ ਹੁਣੇ ਚਲਾ ਜਾਵੇ ਚੰਗਾ। ਨਹੀਂ ਤੇ ਪਹਿਲਾਂ ਨਾਨਕੇ ਮਹੀਨਾ ਰਹਿੰਦੇ ਸੀ ਬੱਚੇ, ਤੇ ਲੜਕੀਆਂ ਆਉਂਦੀਆਂ ਪੇਕਿਆਂ ਦੇ ਘਰ ਮਹੀਨਾ ਰਹਿਣਾ, ਭੈਣਾਂ ਨੇ ਆਉਣਾ, ਭੂਆ ਨੇ ਆਉਣਾ, ਮਾਸੀਆਂ ਨਾਨਕੇ ਮਿਲਦੇ ਸੀਗੇ। ਤੋ ਪਿਆਰ ਬੜਾ। ਗੋਇੰਦਵਾਲ ਸਾਹਿਬ ਤਾਂ ਗੁਰੂ ਅਰਜਨ ਦੇਵ ਜੀ ਦਾ ਅਕਸਰ ਆਉਣਾ ਜਾਣਾ ਰਹਿੰਦਾ ਸੀ। ਉੱਥੇ ਹੀ ਜਨਮ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ। ਤੇ ਗੁਰੂ ਹਰਗੋਬਿੰਦ ਸਾਹਿਬ ਵੀ ਆਪਣੇ ਪਿਤਾ ਦੇ ਨਾਨਕੇ ਘਰ ਜਾਂਦੇ ਆਉਂਦੇ ਸੀ। ਇਸ ਕਰਕੇ ਗੁਰੂ ਸਾਹਿਬ ਨੂੰ ਉਹ ਪਰਿਵਾਰ 'ਚੋਂ ਓਨਾ ਹੀ ਪਿਆਰ ਮਿਲਦਾ ਜਿੰਨਾ ਉਹਨਾਂ ਦੇ ਆਪਣੇ ਨਾਨਕਿਆਂ ਤੋਂ ਵੀ ਨਹੀਂ ਮਿਲਿਆ, ਇੰਨਾ ਪਿਤਾ ਦੇ ਨਾਨਕਿਆਂ ਤੋਂ ਮਿਲਿਆ। ਦੂਸਰਾ, ਇਹ ਮਹਾਰਾਜ ਗੁਰੂ ਅਮਰਦਾਸ ਦਾ ਘਰ ਹੈ, ਵੱਡਿਆਂ ਦਾ ਘਰ ਹੈ। ਉੱਥੇ ਫਿਰ ਵੱਡੇ ਘਰ ਦੇ ਤੇ ਕਹਿੰਦੇ ਖੁੰਝਾ ਵੀ ਫਰੋੜ ਲਈਏ ਨਾ, ਉਹਦੇ ਵਿੱਚੋਂ ਵੀ ਕੁਛ ਨਾ ਕੁਛ ਨਿਕਲ ਆਉਂਦਾ। ਇਹ ਕਹਾਵਤ ਹੈ, ਕਹਿੰਦੇ ਵੱਡੇ ਘਰ ਦੀ ਭੜੋਲੀ ਖਾਲੀ ਨਹੀਂ ਹੁੰਦੀ। ਇਹ ਵੱਡੇ ਗੁਰੂ ਅਮਰਦਾਸ ਦੇ ਘਰ 'ਚ ਬਖਸ਼ਿਸ਼ਾਂ ਬੜੀਆਂ। ਤੇ ਮਹਾਰਾਜ ਦੀ ਚਾਚੀ ਲੱਗਦੀ ਹੈ, ਤਾਈ ਹੈ ਜਾਂ ਚਾਚੀ ਹੈ, ਬੀਬੀ ਆਈ ਹੈ ਮਾਤਾ ਚੱਲ ਕੇ ਛੇਵੇਂ ਪਾਤਸ਼ਾਹ ਨੂੰ ਮਿਲਣ ਲਈ। ਸੰਗ ਹੈ ਸੁੰਦਰ ਕੀ ਦਾਰਾ। ਨਾਲ ਸਤਿਗੁਰਾਂ ਦੀ ਭਰਜਾਈ ਗੁਰੂ ਹਰਗੋਬਿੰਦ ਸਾਹਿਬ ਦੀ, ਬਾਬੇ ਸੁੰਦਰ ਦੀ ਘਰ ਵਾਲੀ, ਬਾਬੇ ਸੁੰਦਰ ਦੀ ਮਾਂ ਤੇ ਬਾਬੇ ਸੁੰਦਰ ਦੀ ਪਤਨੀ ਦੋਵੇਂ ਆਈਆਂ ਨੇ। ਤ੍ਰਿਗਨ ਅਪਰਦਰ ਸਹਿਤ ਧਾਰਾ। ਬਾਕੀ ਹੋਰ ਬੀਬੀਆਂ ਵੀ ਕਈ ਨੇ। ਬਾਬੇ ਮੋਹਣ ਦੇ ਪਰਿਵਾਰ 'ਚੋਂ ਨੂੰਹਾਂ ਧੀਆਂ ਨੇ। ਉੱਧਰੋਂ ਬਾਬੇ ਅਰਜਾਨੀ ਮਲ ਜੀ, ਬਾਬਾ ਅਰਥ ਮਲ ਜੀ, ਉਹਨਾਂ ਦਾ ਪਰਿਵਾਰ। ਇਸ ਤਰ੍ਹਾਂ ਇਹ ਕਾਫੀ ਵੱਡੇ ਘਰ ਦੀਆਂ ਨੂੰਹਾਂ ਧੀਆਂ ਹਨ। ਗੁਰੂ ਅਮਰਦਾਸ ਜੀ ਦੇ ਪੋਤਰੇ ਨੂੰਹਾਂ ਤੇ ਪੜਪੋਤਰੇ ਨੂੰਹਾਂ ਹਨ। ਆਏ ਵਾਰਨੋ ਗੁਰ ਪਰ ਕੀਨਾ। ਸਾਰੀਆਂ ਆਈਆਂ ਨੇ। ਬਾਬੇ ਆਨੰਦ ਦੀ ਘਰ ਵਾਲੀ ਵੱਡੀ ਨਾ ਜੋ ਮੋਹਰੀ ਹੈ, ਮੁਖੀ ਹੈ, ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਿਰ ਤੋਂ ਵਾਰ ਨਾ ਕੀਤਾ ਆ ਕੇ। ਪੁਰਾਣੇ ਜ਼ਮਾਨੇ 'ਚ ਦੋਹਤੇ ਘਰ ਆਉਂਦੇ ਸੀ ਨਾ, ਤੇ ਮਾਈਆਂ ਸਿਰ ਤੋਂ ਵਾਰ ਕੇ ਦਾਨ ਦਿੰਦੀਆਂ ਸੀ। ਸਿਰ ਦੇ ਉੱਤੋਂ ਦੀ ਕੱਪੜੇ, ਪੈਸਾ ਜਾਂ ਮਿੱਠਾ ਗੁੜ ਵਾਰ ਕੇ ਵੰਡ ਦੇਣਾ। ਸਿਰ ਵਾਰ ਨਾ ਕਰਕੇ ਗਰੀਬਾਂ 'ਚ ਵੰਡ ਦਿੱਤਾ ਹੈ। ਬੈਠ ਬੰਦ ਕਰ ਕਹਿਓ ਪ੍ਰਵੀਨਾ। ਤੇ ਫਿਰ ਗੁਰੂ ਸਾਹਿਬ ਨੂੰ ਮੱਥਾ ਵੀ ਟੇਕਿਆ। ਮੱਥਾ ਇਸ ਕਰਕੇ ਟੇਕਿਆ ਕਿ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਗੁਰੂ ਨੇ। ਸਿਰ ਵਾਰਨਾ ਇਸ ਕਰਕੇ ਕੀਤਾ ਵੀ ਇਹ ਸਾਡੇ ਦੋਹਤੇ ਨੇ, ਸਾਡੇ ਇਸ ਪਰਿਵਾਰ ਦੇ ਅੰਸ਼ ਬੰਸ ਨੇ। ਇਹ ਬਹੁਤ ਹੀ ਲਾਡ ਪਿਆਰ ਨਾਲ ਫਿਰ ਮਾਤਾ ਬੈਠ ਗਈ ਹੈ ਬਜ਼ੁਰਗ, ਬਾਬੇ ਆਨੰਦ ਦੀ ਘਰ ਵਾਲੀ, ਗੁਰੂ ਅਮਰਦਾਸ ਦੀ ਪੋਤਰੇ ਨੂੰ। ਹਾਂਜੀ। ਅੰਤਰ ਚਲੋ ਨਿਕੇਤ ਹਮਾਰੇ। ਤੇ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੀ, ਕਿਉਂਕਿ ਚਾਚੀ ਲੱਗਦੀ ਹੈ ਨਾ ਮਹਾਰਾਜ ਦੀ, ਕਹਿੰਦੀ ਮਹਾਰਾਜ ਜੀ ਕਿਰਪਾ ਕਰੋ ਘਰ ਚੱਲੋ। ਇਹ ਬਾਹਰ ਡੇਰਾ ਲਾ ਲਿਆ, ਮਹਾਰਾਜ ਨੇ ਬਾਹਰ ਡੇਰਾ ਲਾਇਆ ਸੀ। ਅੱਜ ਕੱਲ੍ਹ ਉੱਥੇ ਛੇਵੇਂ ਪਾਤਸ਼ਾਹ ਦੀ ਛਾਉਣੀ ਹੈ, ਗੁਰਦੁਆਰਾ ਸਾਹਿਬ ਬਣਿਆ, ਨਿਹੰਗ ਸਿੰਘਾਂ ਦਾ ਪ੍ਰਬੰਧ ਹੈ ਉੱਥੇ, ਜਿੱਥੇ ਮਹਾਰਾਜ ਦੀ ਛਾਉਣੀ ਪਈ ਸੀ ਛੇਵੇਂ ਪਾਤਸ਼ਾਹ ਦੀ। ਤੇ ਬਾਬਾ ਜੀ, ਬਾਬਾ ਬਿਧੀ ਚੰਦੀਏ ਮਹਾਂਪੁਰਸ਼ ਹੋਰ ਸੇਵਾ ਕਰਾਉਂਦੇ ਉੱਥੇ। ਸੋ ਕਹਿੰਦੇ ਬਈ ਬਾਬਾ ਆਨੰਦ ਜੀ ਦੀ ਘਰ ਵਾਲੀ ਕਹਿੰਦੀ ਮਹਾਰਾਜ ਅੰਦਰ ਚਲੋ ਨਾ, ਘਰ ਚੱਲ ਕੇ ਰਹੋ, ਬਾਹਰ ਕਿਉਂ ਜੰਗਲ 'ਚ ਤੰਬੂ ਲਾ ਕੇ ਬੈਠੇ ਹੋ। ਹਾਂਜੀ। ਸੁਖ ਸੋਨ ਸਬਸ ਹੋ ਹਿਤ ਧਾਰੇ। ਸੁਖ ਨਾਲ ਘਰ ਚੱਲ ਕੇ ਰਾਤ ਰਵੋ ਜੀ। ਹਮਰੇ ਸਦਨ ਆਪਨੇ ਜਾਨੋ। ਸਾਡੇ ਘਰਾਂ ਨੂੰ ਆਪਣੇ ਘਰ ਸਮਝੋ। ਇਹ ਘਰ ਸਾਡੇ ਨਹੀਂ, ਇਹ ਤੁਹਾਡੇ ਹਨ ਮਹਾਰਾਜ। ਹਾਂਜੀ। ਬਿਨ ਸੰਸੈ ਬਸ ਬੋ ਤੁਮ ਠਨ ਹੋ। ਬਿਨਾਂ ਸੰਸੇ ਇੱਥੇ ਵਸੋ, ਤੁਹਾਡਾ ਘਰ ਹੈ, ਭਾਵੇਂ ਸਦਾ ਹੀ ਇੱਥੇ ਰਹੋ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦਾ ਘਰ ਹੈ। ਤੁਸੀਂ ਉਸ ਗੱਦੀ ਦੇ ਮਾਲਕ ਹੋ, ਘਰ ਤੁਹਾਡਾ ਹੀ ਹੈ। ਹਾਂਜੀ। ਗੁਰੂ ਕਹਿਓ ਐਸੋ ਹੀ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਚਾਚੀ ਜੀ ਇੱਦਾਂ ਹੀ ਹੈ, ਜਿਵੇਂ ਤੁਸੀਂ ਕਹਿੰਦੇ ਹੋ ਨਾ, ਘਰ ਤੇ ਸਾਡਾ ਹੀ ਹੈ, ਸਾਡੇ ਬਜ਼ੁਰਗਾਂ ਦਾ ਘਰ ਹੈ, ਸਾਡਾ ਘਰ ਹੈ। ਤੋ ਸੈਨ ਮੇਰੇ ਸੰਗ ਹੈ। ਪਰ ਮੇਰੇ ਨਾਲ ਫੌਜਾਂ ਨੇ, ਸੈਨਾ ਹੈ, ਸ਼ਸਤਰਧਾਰੀ ਯੋਧੇ ਹਨ।
ਇਹਨਾਂ ਨੂੰ ਛੱਡ ਕੇ ਅਸੀਂ ਕਿੱਥੇ ਜਾਈਏ? ਹਾਂਜੀ, ਸਭ ਕੋ ਤਜ ਕੇ ਮੈਂ ਜਾਵਨ ਬਨੈ। ਸਾਰੀ ਫੌਜ ਨੂੰ ਇੱਥੇ ਬਾਹਰ ਛੱਡ ਕੇ ਅਸੀਂ ਅੰਦਰ ਜਾ ਕੇ ਕਿਵੇਂ ਰਹੀਏ? ਹਾਂਜੀ, ਕਿਰਪਾ ਤੁਮਾਰੀ ਨਿਤ ਸੁਖ ਸਨੈ। ਤੁਹਾਡੀ ਕਿਰਪਾ ਦੇ ਨਾਲ ਇੱਥੇ ਹੀ ਸੁੱਖ ਹੈ, ਇੱਥੇ ਹੀ ਬੜਾ ਆਨੰਦ ਹੈ। ਜਿੱਥੇ ਮਹਾਰਾਜ ਬਹਿ ਜਾਂਦੇ ਸਾਧ ਸੰਗਤ ਜੀ, ਉਹੀ ਸੱਚਖੰਡ ਬਣ ਜਾਂਦਾ। ਹਾਂਜੀ, ਸੁਣ ਬੋਲੀ ਜੇ ਤੁਮ ਥਿਰ ਥੀਜੈ। ਕਹਿਣ ਲੱਗੀ ਮਹਾਰਾਜ ਦੀ ਚਾਚੀ ਬਾਬੇ ਨੰਦ ਦੀ ਘਰ ਵਾਲੀ, ਕਹਿੰਦੀ ਮਹਾਰਾਜ ਜੇ ਤੁਸੀਂ ਨਹੀਂ ਜਾਣਾ ਘਰ, ਤੁਸੀਂ ਬਾਹਰ ਫੌਜਾਂ 'ਚ ਰਹੋ, ਪਰ ਮੇਰੀ ਬੇਨਤੀ ਮੰਨੋ। ਸਭ ਕੁਟੰਬ ਕੋ ਆਇਸ ਦੀਜੈ। ਬੱਚਿਆਂ ਨੂੰ ਤਾਂ ਆਗਿਆ ਦੇ ਦਿਓ, ਆਪਣੇ ਮਹਿਲਾਂ ਨੂੰ, ਇਹਨਾਂ ਨੂੰ ਤਾਂ ਘਰ ਜਾਣ ਦਿਓ ਨਾ। ਸਾਡੀਆਂ ਨੂੰਹਾਂ ਨੇ ਜਿਹੜੀਆਂ, ਮਾਤਾ ਦਮੋਦਰੀ, ਮਾਤਾ ਨਾਨਕੀ, ਮਾਤਾ ਮਾਂ ਦੇਵੀ, ਇਹ ਤਾਂ ਘਰ ਚਲੀਆਂ ਜਾਣ। ਸਾਹਿਬਜ਼ਾਦੇ ਪੰਚ ਹੋਂ ਚੱਲੈ। ਪੰਜੇ ਸਾਹਿਬਜ਼ਾਦੇ ਵੀ ਜਾਣ। 5 ਸਾਹਿਬਜ਼ਾਦੇ ਸੀ ਨਾ ਮਹਾਰਾਜ ਦੇ, 6ਵੇਂ ਪਾਤਸ਼ਾਹ ਦੇ। ਵੱਡੇ ਬਾਬਾ ਗੁਰਦਿੱਤਾ ਜੀ, ਦੂਜੇ ਬਾਬਾ ਸੂਰਜਮਲ ਜੀ, ਤੀਜੇ ਬਾਬਾ ਅਣੀ ਰਾਏ ਜੀ, ਚੌਥੇ ਬਾਬਾ ਅਟਲ ਰਾਏ ਜੀ, ਤੇ 5ਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਇਹ ਪੰਜੇ ਸਾਹਿਬਜ਼ਾਦੇ ਵੀ, ਇਹਨਾਂ ਨੂੰ ਤਾਂ ਘਰ ਜਾਣ ਦਿਓ। ਤੀਨ ਮਾਤ ਤਿਨ ਕੀ ਸਭ ਮਿਲੈ। ਔਰ ਤਿੰਨੇ ਮਾਤਾ ਨੇ ਜਿਹੜੀਆਂ, ਮਾਤਾ ਮਾਂ ਦੇਵੀ, ਮਾਤਾ ਦਮੋਦਰੀ, ਮਾਤਾ ਨਾਨਕੀ ਵੀ ਨਾਲ ਚੱਲਣ, ਘਰ ਜਾ ਕੇ ਰਾਤ ਰਹਿਣ, ਇੱਥੇ ਬਾਹਰ ਨਾ ਰਹਿਣ ਜੰਗਲ ਵਿੱਚ। ਸੁਖ ਸੋਂ ਬਸ ਹੈ ਨਿਸਾ ਘਰ ਮਾਹੀ। ਇਹ ਬੇਨਤੀ ਹੈ ਵੀ ਸੁਖ ਦੇ ਨਾਲ ਘਰ ਚੱਲ ਕੇ ਵਸਣ। ਬਾਲਕ ਹੈ ਵਹਿਰ ਰਹਿ ਨਾਹੀ। ਇਹ ਬੱਚੇ ਨੇ ਛੋਟੇ, ਇਹ ਬਾਹਰ ਕਿੱਥੇ ਰਹਿਣਗੇ? ਤੰਬੂਆਂ ਵਿੱਚ। ਇੱਥੇ ਆਰਾਮ ਨਹੀਂ ਮਿਲੇਗਾ ਪੂਰਾ। ਮਾਤਾ ਜੀ ਹੋਰਾਂ ਨੂੰ ਸਾਡੇ ਨਾਲ ਭੇਜ ਦਿਓ, ਤੇ ਸਾਹਿਬਜ਼ਾਦਿਆਂ ਨੂੰ, ਬੱਚਿਆਂ ਨੂੰ ਘਰ ਭੇਜ ਦਿਓ। ਤੁਸੀਂ ਮਹਾਰਾਜ ਇੱਥੇ ਪੜਾਅ ਰੱਖਣਾ, ਤੁਹਾਡੀ ਮਰਜ਼ੀ ਹੈ। ਅਸੀਂ ਤਾਂ ਤੁਹਾਨੂੰ ਵੀ ਕਹਿੰਦੇ ਹਾਂ ਵੀ ਘਰ ਚੱਲੋ, ਤੁਹਾਡੇ ਨਾਨਕਿਆਂ ਦਾ ਘਰ ਹੈ, ਤੁਹਾਡੇ ਪਿਤਾ ਦੇ ਨਾਨਕਿਆਂ ਦਾ ਘਰ ਹੈ। ਹਾਂਜੀ, ਹੇਰ ਪ੍ਰੇਮ ਕੋ ਸਤਿਗੁਰ ਭਾਖਾ। ਮਾਤਾ ਜੀ ਹੋਰਾਂ ਦਾ, ਆਪਣੀ ਚਾਚੀ ਦਾ ਪ੍ਰੇਮ ਦੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ, ਲੈ ਕਰ ਜਾਹੋ ਜੇ ਅਸ ਅਬਲਾਖਾ। ਮਹਾਰਾਜ ਕਹਿੰਦੇ ਚਾਚੀ ਜੀ, ਜੇ ਤੁਹਾਡੀ ਇੰਨੀ ਜ਼ਿਆਦਾ ਇੱਛਾ ਹੈ ਤਾਂ ਫਿਰ ਠੀਕ ਹੈ, ਬੱਚਿਆਂ ਨੂੰ ਤੁਸੀਂ ਲੈ ਜਾਓ, ਪਰਿਵਾਰ ਨੂੰ। ਸਾਡੀ ਮਜਬੂਰੀ ਹੈ, ਅਸੀਂ ਫੌਜ ਤੋਂ ਬਿਨਾਂ ਨਹੀਂ ਕਿਤੇ ਜਾ ਸਕਦੇ। ਹਾਂਜੀ, ਸੁਨ ਆਇਸ ਕੋ ਤਤ ਛਿਨ ਗਈ। ਸਤਿਗੁਰਾਂ ਦੀ ਆਗਿਆ ਸੁਣ ਕੇ ਮਾਤਾ ਜੀ ਗਏ ਨੇ। ਮਾਤਾ ਗੁਰੂ ਸਾਹਿਬ ਜੀ ਦੇ ਚਾਚੀ ਜੀ, ਬਾਬਾ ਆਨੰਦ ਜੀ ਦੀ ਘਰ ਵਾਲੀ। ਹਾਂਜੀ, ਗੁਰ ਕਟੰਬ ਕੋ ਦੇਖਤ ਭਈ। ਜਾ ਕੇ ਗੁਰੂ ਦੇ ਪਰਿਵਾਰ ਨੂੰ ਮਿਲੇ ਨੇ। ਜਥਾ ਜੋਗ ਮਿਲ ਕੈ ਸਭ ਸਾਥ। ਸਾਰੀਆਂ ਮਾਈਆਂ, ਮਾਤਾ ਮਾਂ ਦੇਵੀ ਜੀ, ਮਾਤਾ ਨਾਨਕੀ ਜੀ, ਵੱਡੇ ਮਾਤਾ ਦਮੋਦਰੀ ਜੀ, ਸਾਰਿਆਂ ਨੂੰ ਮਿਲ ਕੇ ਪੁਨ ਭਾਖੀ ਆਇਸ ਗੁਰਨਾਥ। ਤੇ ਫਿਰ ਗੁਰੂ ਸਾਹਿਬ ਦੀ ਆਗਿਆ ਦੱਸੀ ਵੀ ਮਹਾਰਾਜ ਨੇ ਹੁਕਮ ਦਿੱਤਾ ਵੀ ਤੁਹਾਨੂੰ ਅਸੀਂ ਘਰ ਲੈ ਜਾਣਾ, ਤੁਸੀਂ ਸਾਡੇ ਘਰ ਉੱਥੇ ਚੁਬਾਰਾ ਸਾਹਿਬ ਚੱਲੋ, ਉੱਥੇ ਚੱਲ ਕੇ ਰਾਤ ਰਹੋ। ਲੈ ਸਭ ਕੋ ਨਿਜ ਸੰਗ ਸਿਧਾਰੀ। ਸਾਰੀਆਂ ਤਿੰਨਾਂ ਮਾਤਾਵਾਂ ਨੂੰ, ਮਾਤਾ ਮਾਂ ਦੇਵੀ, ਦਮੋਦਰੀ, ਮਾਤਾ ਨਾਨਕੀ ਨੂੰ ਅਤੇ ਪੰਜੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਬਾਬੇ ਆਨੰਦ ਦੀ ਘਰ ਵਾਲੀ ਚੁਬਾਰਾ ਸਾਹਿਬ ਵੱਲ ਚੱਲ ਪਈ। ਇੱਕ ਦਮੋਦਰੀ ਗੁਰ ਕੀ ਨਾਰੀ। ਇੱਕ ਮਾਤਾ ਦਮੋਦਰੀ ਜੀ, ਗੁਰੂ ਕੇ ਮਹਿਲ ਵੱਡੇ, ਜੋ ਸਾਧ ਸੰਗਤ ਜੀ ਇੱਥੇ ਡੱਲਾ ਪਿੰਡ ਹੈ, ਡੱਲਾ, ਇੱਥੋਂ ਦੇ ਸਨ ਬਾਬਾ ਪਾਰੋ ਜੀ ਬ੍ਰਹਮ ਗਿਆਨੀ, ਉਹਨਾਂ ਦੀ ਪੜਪੋਤਰੀ ਸੀ ਇਹ, ਬਾਬੇ ਨਰੈਣ ਦਾਸ ਜੀ ਦੀ ਬੇਟੀ। ਉਹਨਾਂ ਦੇ ਇਸ ਇਲਾਕੇ ਵਿੱਚ ਗੋਇੰਦਵਾਲ ਸਾਹਿਬ ਵਿੱਚ ਪਹਿਲਾਂ ਵੀ ਦਰਸ਼ਨ ਆਉਂਦੇ ਜਾਂਦੇ ਰਹੇ, ਤਾਂ ਉਹਨਾਂ ਨੂੰ ਨਾਲ ਲੈ ਕੇ, ਨਾਲ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ, ਮਾਤਾ ਮਾਂ ਦੇਵੀ ਜੀ, ਬਾਬਾ ਸੂਰਜਮਲ ਦੀ ਮਾਤਾ, ਇਹਨਾਂ ਸਾਰੀਆਂ ਨੂੰ ਨਾਲ ਲੈ ਕੇ ਮਰਵਾਹੀ ਸੋ ਨਾਨਕੀ ਤੀਨ। ਮਰਵਾਈ ਨੂੰ, ਮਰਵਾਈ ਤਾਂ ਕਹਿੰਦੇ, ਇਹਦਾ ਗੋਤ ਮਰਵਾਏ ਸੀ। ਮਰਵਾਏ ਖੱਤਰੀਆਂ ਦੀ ਲੜਕੀ ਸੀ। ਮੰਡਿਆਲੀ ਪਿੰਡ ਹੈ, ਪਾਕਿਸਤਾਨ 'ਚ ਰਹਿ ਗਿਆ ਹੁਣ ਉਹ, ਉੱਥੋਂ ਦੀ ਸੀ ਮਾਤਾ ਮਰਵਾਈ, ਪਰ ਅਸਲ ਨਾਮ ਮਾਂ ਦੇਵੀ ਸੀ। ਮਾਂ ਦੇਵੀ ਘੱਟ ਬੋਲਦੇ, ਮਰਵਾਈ ਕਹਿੰਦੇ। ਮਰਵਾਇਆਂ ਦੀ ਲੜਕੀ ਜੋ ਸੀ, ਉਹਦੀ ਔਲਾਦ ਬਾਬਾ ਸੂਰਜਮਲ ਜੀ ਦਾ ਹੁਣ ਵੀ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਰਹਿੰਦਾ। ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਬੰਸ, ਜਿਹੜੇ ਹੁਣ ਉੱਥੇ ਸੋਢੀ ਸਾਹਿਬਜ਼ਾਦੇ ਕਹਾਉਂਦੇ ਹਨ। ਇਹ ਮਾਤਾ ਮਰਵਾਈ ਦਾ ਹੀ ਪਰਿਵਾਰ ਹੈ। ਮਾਤਾ ਨਾਨਕੀ ਦਾ ਪਰਿਵਾਰ ਸੀਗੇ ਬਾਬਾ ਅਣੀ ਰਾਏ ਜੀ, ਉਹਨਾਂ ਨੇ ਵਿਆਹ ਨਹੀਂ ਕਰਾਇਆ।
ਬਾਬਾ ਅਟਲ ਰਾਏ ਜੀ 9 ਸਾਲ ਦੀ ਉਮਰ 'ਚ ਸਰੀਰ ਛੱਡ ਗਏ। ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ 4 ਪੁੱਤਰ ਸਾਹਿਬਜ਼ਾਦੇ ਸ਼ਹੀਦ ਹੋ ਗਏ। ਇਸ ਕਰਕੇ ਬਾਬਾ ਮਾਤਾ ਨਾਨਕੀ ਦਾ ਪਰਿਵਾਰ ਜਿਹੜਾ ਉਹ ਆਪਾਂ ਖਾਲਸਾ ਪੰਥੀ ਹਾਂ ਉੱਦਾਂ ਅੰਸ਼ ਕਰਕੇ ਨਹੀਂ, ਪਰ ਸਾਧ ਸੰਗਤ ਜੀ ਮਾਤਾ ਮਹਾਂਦੇਵੀ ਦਾ ਜਿਹੜਾ ਪਰਿਵਾਰ ਹੈ ਉਹ ਹੁਣ ਵੀ ਮੌਜੂਦ ਹੈ, ਉਹ ਚਲੀ ਆਉਂਦੀ ਪੀੜ੍ਹੀ। ਉੱਧਰੋਂ ਬਾਬਾ ਗੁਰਦਿੱਤਾ ਜੀ ਮਾਤਾ ਦਮੋਦਰੀ ਦੇ ਵੱਡੇ ਪੁੱਤਰ, ਉਹਨਾਂ ਦਾ ਪਰਿਵਾਰ ਬਾਬਾ ਧੀਰਮਲ ਜੀ ਦਾ, ਉਹ ਅਜੇ ਵੀ ਸਾਧ ਸੰਗਤ ਜੀ ਕਰਤਾਰਪੁਰ ਜਲੰਧਰ ਦੇ ਲਾਗੇ ਉੱਥੇ ਰਹਿੰਦੇ ਹਨ। ਹਾਂਜੀ, ਪੁੱਤਰਨ ਜੁਤ ਆਪਣੇ ਸੰਗ ਲੀਨ। ਮਾਤਾ ਜੀ ਦਾ ਇਹ ਸਾਰਾ ਗੁਰੂ ਸਾਹਿਬ ਦਾ ਪਰਿਵਾਰ 6ਵੇਂ ਪਾਤਸ਼ਾਹ ਦਾ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਸੁੰਦਰ ਮੰਦਰ ਵਿਖੇ ਉਤਾਰੇ। ਜਾ ਕੇ ਗੁਰੂ ਕੇ ਮਹਿਲਾਂ ਵਿੱਚ ਉਤਾਰਾ ਕਰਵਾਇਆ ਹੈ। ਆਸਤਰਨ ਪਰਯੰਕ ਸੁਧਾਰੇ। ਔਰ ਸੋਹਣੇ ਬਿਸਤਰੇ ਵਿਛਾ ਕੇ, ਪਲੰਗ ਵਿਛਾ ਕੇ ਨਵਾਰਾਈ ਉੱਤੇ 3 ਮਾਤਾਵਾਂ ਦੇ ਤੇ ਫਿਰ ਸਾਹਿਬਜ਼ਾਦਿਆਂ ਦੇ ਆਸਣ ਲਵਾਏ ਨੇ। ਸਾਦਰ ਸਰਬ ਬਿਠਾਵਨ ਕੀਨ। ਆਦਰ ਨਾਲ ਬਿਠਾਇਆ, ਆਓ ਜੀ ਜੀ ਆਇਆਂ ਨੂੰ ਕਹਿ ਕੇ। ਮਾਤਾ ਦਮੋਦਰੀ ਜੀ ਵੱਡੇ, ਉਹਨਾਂ ਦੀ ਅਗਵਾਈ ਵਿੱਚ ਹੀ ਸਾਰੇ ਪਰਿਵਾਰ ਨੂੰ ਬਿਠਾਇਆ ਹੈ। ਦਾਸੀ ਸੰਗ ਮੰਚ 3 ਦੀਨ। ਦਾਸੀਆਂ ਨੂੰ ਸੇਵਾਦਾਰ ਨੇ ਪਲੰਗੇ ਦਿੱਤੇ ਬੈਠਣ ਨੂੰ ਸਾਰੇ। ਹਾਂਜੀ, ਭੋਜਨ ਮధుਰ ਸਹਿਤ ਕਰਵਾਏ। ਤੇ ਮਾਤਾ ਜੀ ਹੋਰਾਂ ਨੇ ਬਾਬਾ ਆਨੰਦ ਜੀ ਦੀ ਘਰਵਾਲੀ ਗੁਰੂ ਹਰਗੋਬਿੰਦ ਸਾਹਿਬ ਦੀ ਚਾਚੀ ਨੇ ਕਹਿੰਦੇ ਵਧੀਆ ਵਧੀਆ ਮਿੱਠੇ ਸਲੂਣੇ ਖੱਟ ਰਸਾਂ ਦੇ ਭੋਜਨ ਬਣਵਾ ਕੇ ਗੁਰੂ ਦੇ ਪਰਿਵਾਰ ਨੂੰ ਛਕਾਏ ਨੇ। ਕਰ ਸਨਮਾਨ ਸਭਨ ਅਚਵਾਏ। ਸਨਮਾਨ ਕਰਕੇ ਆਓ ਜੀ ਆਇਆਂ ਨੂੰ ਕਹਿ ਕੇ ਛਕਾਇਆ ਲੰਗਰ। ਤ੍ਰਿਪਤ ਹੋਏ ਕੀ ਨਿਸ ਬਿਸਰਾਮੂ। ਔਰ ਬੜੇ ਪ੍ਰਸੰਨ ਹੋ ਕੇ ਪ੍ਰਸ਼ਾਦਾ ਛਕ ਕੇ ਮਾਤਾ ਦਮੋਦਰੀ ਜੀ, ਮਾਤਾ ਮਹਾਂਦੇਵੀ ਜੀ, ਮਾਤਾ ਨਾਨਕੀ ਜੀ ਤੇ 5 ਸਾਹਿਬਜ਼ਾਦਿਆਂ ਨੇ ਆਰਾਮ ਕੀਤਾ ਹੈ। ਥਿਰੇ ਪਰਯੰਕਨ ਪਰ ਸ਼ੁਭ ਧਾਮੂ। ਸੋਹਣੇ ਪਲੰਘਾਂ ਤੇ ਸਾਰੇ ਸੌਂ ਗਏ, ਬਿਰਾਜਮਾਨ ਹੋਏ ਨੇ। ਚਵਾਰਾ ਸਾਹਿਬ ਦੇ ਲਾਗੇ ਜਿਹੜਾ ਇਹਨਾਂ ਦਾ ਪਰਿਵਾਰ ਰਹਿੰਦਾ ਭੱਲਿਆਂ ਦਾ, ਉੱਥੇ ਘਰ ਬਣੇ ਹੋਏ ਸੀ। ਬਾਵੇ ਕਹਿੰਦੇ ਸੀ ਉਹਨਾਂ ਨੂੰ, ਬਾਵੇ। ਹੁਣ ਤਾਂ ਬਹੁਤ ਵੱਡੇ ਸ਼ਹਿਰਾਂ ਵਿੱਚ ਬੰਬੇ, ਦਿੱਲੀ, ਹੋਰ ਸ਼ਹਿਰਾਂ 'ਚ ਦੂਰ ਦੂਰ ਇੰਗਲੈਂਡ ਵਗੈਰਾ ਪਸਰ ਗਏ, ਕਿਉਂਕਿ ਹੁਣ ਪਰਿਵਾਰ ਹੀ ਬੜੇ ਹੋ ਗਏ। ਹੁਣ ਗਾਂ ਦੀ ਗਾਂ ਪੀੜ੍ਹੀ 'ਚੋਂ ਪੀੜ੍ਹੀ ਚੱਲ ਪਈ। ਇਹ ਗੁਰੂ ਅਮਰਦਾਸ ਦੇ ਪਰਿਵਾਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਰਿਵਾਰ ਦੀ ਸੇਵਾ ਕੀਤੀ ਹੈ। ਬਾਤ ਸੁਧਾਸਰ ਬੂਝਣ ਲਾਗੀ। ਤੇ ਮਾਤਾ ਜਿਹੜੀ ਹੈ ਮਹਾਰਾਜ ਦੀ ਚਾਚੀ, ਬਾਬੇ ਆਨੰਦ ਦੀ ਘਰਵਾਲੀ, ਬਾਬੇ ਸੁੰਦਰ ਦੀ ਘਰਵਾਲੀ, ਹੋਰ ਸਾਰੀਆਂ ਬੀਬੀਆਂ ਆ ਕੇ ਮਾਤਾ ਦਮੋਦਰੀ ਦੇ ਕੋਲ ਬਹਿ ਗਈਆਂ। ਅੰਮ੍ਰਿਤਸਰ ਦੀ ਗੱਲ ਪੁੱਛਦੀਆਂ, ਸੁਣਾਓ ਮਾਤਾ ਜੀ ਅੰਮ੍ਰਿਤਸਰ ਕੀ ਹੋਇਆ, ਉੱਥੇ ਕਿਵੇਂ ਜੰਗ ਹੋਇਆ, ਵਿਆਹ ਦੇ ਵਿੱਚ ਕੀ ਹੋਇਆ। ਅਪਰ ਵਿਆਹ ਹਿਤ ਮਨ ਅਨੁਰਾਗੀ। ਵਿਆਹ ਦੀਆਂ ਗੱਲਾਂ ਪੁੱਛਣ ਲੱਗ ਪਈਆਂ, ਬੀਬੀ ਵੀਰੋ ਦੇ ਵਿਆਹ ਦਾ ਸੁਣਾਓ। ਕਹਾਂ ਭਇਓ ਜਬ ਕਾਜ ਰਚਾਇਓ। ਐਤਕੀ ਕੀ ਹੋਇਆ ਜੀ, ਵਿਆਹ ਰਚਾਇਆ ਬੇਟੀ ਦਾ ਤੁਸੀਂ, ਹਮਕੋ ਪੂਰਬ ਨਹੀਂ ਬੁਲਾਇਓ। ਸਾਨੂੰ ਨਹੀਂ ਬੁਲਾਇਆ ਵਿਆਹ ਤੇ, ਸਾਨੂੰ ਕਿਉਂ ਨਹੀਂ, ਅੱਗੇ ਤੇ ਸਾਨੂੰ ਬੁਲਾਉਂਦੇ ਸੀ, ਐਤਕੀ ਵਿਆਹ ਦਾ ਸਾਨੂੰ ਸੱਦਾ ਨਹੀਂ ਭੇਜਿਆ, ਕਾਰਡ ਨਹੀਂ ਭੇਜਿਆ। ਅਪਰ ਮੇਲ ਪੀ ਕੋਏ ਨਾ ਭਇਓ। ਹੋਰ ਵੀ ਸੁਣਿਆ ਕਿਸੇ ਨੂੰ ਨਹੀਂ ਬੁਲਾਇਆ ਵਿਆਹ ਤੇ, ਮੇਲ ਹੀ ਨਹੀਂ ਇਕੱਠਾ ਕੀਤਾ। ਵਿਆਹ ਹੋਵੇ ਲੜਕੀ ਦਾ ਲੜਕੇ ਦਾ, ਲੋਕੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ ਮੇਲ ਤੇ, ਐਤਕੀ ਸਾਨੂੰ ਕਿਉਂ ਨਹੀਂ ਬੁਲਾਇਆ। ਬਹਰੋ ਬਿਗਨ ਜੁਧ ਕੋ ਭਇਓ। ਫਿਰ ਉੱਤੋਂ ਜੰਗ ਛਿੜ ਗਿਆ। ਇੱਕ ਤਾਂ ਤੁਸੀਂ ਮੇਲ ਨਹੀਂ ਸੱਦਿਆ, ਉਹਦਾ ਸਾਨੂੰ ਦੱਸੋ ਵੀ ਕਿਉਂ ਨਹੀਂ ਸੱਦਿਆ। ਫਿਰ ਇਹ ਦੱਸੋ ਵੀ ਜੰਗ ਕਿਉਂ ਹੋ ਕਰ ਲਿਆ, ਵਿਆਹ ਦੇ ਵਿੱਚ ਲੜਾਈ ਕਿਉਂ ਛੇੜ ਲਈ। ਹਾਂਜੀ, ਦੀਏ ਅਪਰ ਥਲ ਆਨ ਸੋ ਫੇਰੇ। ਤੇ ਇਹ ਵੀ ਸੁਣਿਆ ਵੀ ਅੰਮ੍ਰਿਤਸਰ ਵਿਆਹ ਵੀ ਨਹੀਂ ਹੋਇਆ ਤੇ ਵਿਆਹ ਝਬਾਲ ਆ ਕੇ ਕਰਨਾ ਪਿਆ। ਸੁਨ ਹਮ ਸਭ ਕੋ ਚਿੰਤ ਕਨੇਰੇ। ਸਾਨੂੰ ਬੜੀ ਚਿੰਤਾ ਸੀ ਵੀ ਇਹ ਕੀ ਭਾਣਾ ਵਰਤ ਰਿਹਾ ਗੁਰੂ ਸਾਹਿਬ ਦੇ ਘਰ ਵਿੱਚ। ਆਗੇ ਸਦਾ ਹਕਾਰਤ ਰਹੇ। ਅੱਗੇ ਤੇ ਸਾਰਿਆਂ ਵਿਆਹਾਂ ਤੇ ਸਾਨੂੰ ਪਹਿਲਾਂ ਬੁਲਾਉਂਦੇ ਸੀ, ਕੋਈ ਵੀ ਕੰਮ ਹੁੰਦਾ ਸੀ ਨਾ, ਮਹਾਰਾਜ ਗੁਰੂ ਅਰਜਨ ਦੇਵ ਜੀ ਵੀ, ਗੁਰੂ ਹਰਗੋਬਿੰਦ ਸਾਹਿਬ ਵੀ, ਪਹਿਲਾਂ ਗੋਇੰਦਵਾਲ ਵਾਲਿਆਂ ਨੂੰ ਬੁਲਾਉਣਾ, ਦੂਜੇ ਨੰਬਰ 'ਤੇ ਖੰਡੂਰ ਸਾਹਿਬ ਵਾਲਿਆਂ ਨੂੰ, ਫਿਰ ਬੇਦੀਆਂ ਨੂੰ, ਹੋਰ ਸੋਢੀਆਂ, ਸਾਰੇ ਰਿਸ਼ਤੇਦਾਰਾਂ ਨੂੰ, ਮੌ ਸਾਹਿਬ ਵਾਲਿਆਂ ਨੂੰ, ਸਾਰਿਆਂ ਨੂੰ ਪਰ ਬਾਅਦ ਵਿੱਚ ਪਹਿਲਾਂ ਸਭ ਤੋਂ ਗੋਇੰਦਵਾਲ ਸਾਹਿਬ, ਵੱਡਾ ਘਰ ਸੀ ਗੁਰੂ ਅਮਰਦਾਸ ਦਾ। ਐਤਕੀ ਸਾਨੂੰ ਬੁਲਾਇਆ ਕੋਈ ਨਹੀਂ। ਕਿਸੇ ਹੋਰ ਨੂੰ ਵੀ ਸੁਣਿਆ ਵੀ ਵਿਆਹ 'ਚ ਨਹੀਂ ਬੁਲਾਇਆ,
ਹਾਂਜੀ, ਅਬ ਕੇ ਵਿਆਹ ਕਿਉਂ ਨਾ ਹਮ ਚਹੇ। ਐਤਕੀ ਵਿਆਹ ਦੇ ਵਿੱਚ ਸਾਨੂੰ ਕਿਉਂ ਨਹੀਂ ਚਾਹਿਆ, ਕਿਉਂ ਨਹੀਂ ਯਾਦ ਕੀਤਾ। ਸੁਨ ਦਮੋਦਰੀ ਦੀਰਘ ਸਵਾਸ। ਇਹ ਸੁਣ ਕੇ ਮਾਤਾ ਦਮੋਦਰੀ ਜੀ ਲੰਮਾ ਸਾਹ ਲਿਆ, ਹੌਕਾ ਲਿਆ। ਹਾਂਜੀ, ਕਹਿਣ ਲੱਗੀ ਬਿਰਥਾ ਤਿਨ ਪਾਸ। ਆਪਣੀਆਂ ਦਰਾਣੀਆਂ ਜਠਾਣੀਆਂ, ਆਪਣੀ ਚਾਚੀ ਸੱਸ, ਉਹਨਾਂ ਦੇ ਅੱਗੇ ਮਾਤਾ ਦਮੋਦਰੀ ਆਪਣੇ ਦਿਲ ਦਾ ਦੁੱਖ ਰੋਣ ਲੱਗੀ ਹੈ। ਵੱਡੇ ਪੁਰਖ ਕਿਸ ਕੇ ਕੁਛ ਨਾਹੀ। ਕਹਿਣ ਲੱਗੀ ਚਾਚੀ ਜੀ, ਇਹ ਜਿਹੜੇ ਵੱਡੇ ਪੁਰਸ਼ ਹੁੰਦੇ ਨੇ ਨਾ, ਇਹ ਕਿਸੇ ਦੇ ਕੁਝ ਲੱਗਦੇ ਨਹੀਂ। ਇਹਨਾਂ ਨੂੰ ਰੱਬੀ ਹੁਕਮ ਆਉਂਦੇ ਨੇ, ਇਹ ਉਹੀ ਕਰਦੇ ਨੇ। ਇਹ ਆਪਣੇ ਮੋਹ ਮਾਇਆ ਦੇ ਬੰਧਨਾਂ ਨੂੰ ਨਹੀਂ ਦੇਖਿਆ ਕਰਦੇ। ਹਾਂਜੀ, ਵਰਤ ਹੈ ਜਿਮ ਭਾਵਤ ਮਨ ਮਾਹੀ। ਜਿਵੇਂ ਇਹਨਾਂ ਦੇ ਮਨ ਚ ਆਉਂਦੀ ਉਵੇਂ ਵਰਤਦੇ ਨੇ। ਸਾਡੇ ਵਰਗਿਆਂ ਨੂੰ ਕਿੱਥੇ ਪੁੱਛਦੇ ਨੇ। ਹਾਂਜੀ, ਲਾਭ ਰੋ ਟੁੱਟਾ ਸਮ ਹੀ ਜਾਣੈ। ਇਹ ਨਫਾ ਤੇ ਨੁਕਸਾਨ ਇੱਕੋ ਜਿਹਾ ਹੀ ਸਮਝਦੇ ਨੇ। ਨਹਿ ਪਰਿਵਾਰ ਮੋਹ ਕੋ ਠਾਨੈ। ਪਰਿਵਾਰ ਦਾ ਮੋਹ ਨਹੀਂ ਕਰਦੇ। ਪੂਰਬ ਸਤਿਗੁਰ ਜੇ ਤਿਕ ਭਏ। ਪਹਿਲੇ ਜਿੰਨੇ ਗੁਰੂ ਮਹਾਰਾਜ ਹੋਏ ਨੇ, 5 ਪਾਤਸ਼ਾਹੀਆਂ, ਐਸੀ ਰੀਤ ਵਰਤ ਸਭ ਗਏ। ਉਹ ਵੀ ਇਸ ਤਰ੍ਹਾਂ ਮੋਹ ਤੋਂ ਪਰਾਂ ਹੀ ਰਹੇ ਨੇ। ਉਹਨਾਂ ਨੇ ਵੀ ਮੋਹ ਨਹੀਂ ਕੀਤਾ ਧੀਆਂ ਪੁੱਤਰਾਂ ਦਾ। ਹਾਂਜੀ, ਸਨ ਬੰਧਨ ਕੋ ਕਹਿਓ ਨਾ ਮਾਨੇ। ਆਪਣੇ ਸੰਬੰਧੀਆਂ ਦਾ ਕਿਆ ਨਹੀਂ ਮੰਨਿਆ। ਗੁਰੂ ਨਾਨਕ ਸਾਹਿਬ ਨੇ ਵੀ ਆਪਣੀ ਧਰਮ ਪਤਨੀ ਦਾ ਕਹਿਣਾ ਨਹੀਂ ਮੰਨਿਆ। ਉਹ ਕਹਿੰਦੀ ਸੀ ਵੀ ਮੇਰੇ ਪੁੱਤਰਾਂ ਨੂੰ ਗੱਦੀ ਦਿਓ, ਲੈਣੇ ਨੂੰ ਕਿਉਂ ਦਿੰਦੇ ਹੋ। ਪਰ ਨਹੀਂ, ਬਾਬੇ ਸ੍ਰੀ ਚੰਦ ਨੂੰ ਵੀ ਨਹੀਂ ਦਿੱਤੀ, ਬਾਬੇ ਲక్ష్ਮੀ ਦਾਸ ਨੂੰ ਵੀ ਨਹੀਂ ਦਿੱਤੀ। ਗੱਦੀ ਦਿੱਤੀ ਜਾ ਕੇ ਸੇਵਕ ਨੂੰ। ਇੱਦਾਂ ਗੁਰੂ ਅੰਗਦ ਦੇਵ ਜੀ ਵੀ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ ਨਹੀਂ ਕਹਿਣਾ ਮੰਨਿਆ। ਆਪਣੀ ਮਰਜ਼ੀ ਨਾਲ ਗੁਰੂ ਅਮਰਦਾਸ ਨੂੰ ਗੱਦੀ ਦਿੱਤੀ। ਤੇ ਗੁਰੂ ਅਮਰਦਾਸ ਨੇ ਵੀ ਗੱਦੀ ਆਪਣੇ ਪੁੱਤਰਾਂ ਦੇ ਕਹੇ ਤੇ ਨਹੀਂ ਦਿੱਤੀ, ਸੇਵਕ ਨੂੰ ਦਿੱਤੀ, ਗੁਰੂ ਰਾਮਦਾਸ ਨੂੰ। ਇਹ ਚਾਚੀ ਜੀ ਵੀ ਜਿਹੜੇ ਸਾਧ ਹੁੰਦੇ ਨੇ, ਇਹ ਕਿਸੇ ਦੇ ਸਕੇ ਨਹੀਂ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤੇ ਆਪਣੀ ਮਰਜ਼ੀ 'ਚ ਵਿਚਰਦੇ ਨੇ। ਹਾਂਜੀ, ਨਿਜ ਸਥਾਨ ਸੇਵਕ ਹੀ ਠਾਨੇ। ਆਪਣੇ ਸੇਵਕਾਂ ਨੂੰ ਹੀ ਗੱਦੀ ਦਿੰਦੇ ਰਹੇ ਗੁਰੂ ਸਾਹਿਬ ਵੱਡੇ ਵੀ, ਮਹਾਰਾਜ ਪਹਿਲੇ ਪਾਤਸ਼ਾਹ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ। ਸਖੀਆਂ ਹਿਤ ਪਕਵਾਨ ਮਗਾਵਾ। ਗੱਲ ਇੱਥੋਂ ਵਿਗੜੀ ਚਾਚੀ ਜੀ ਕਿ ਸੰਗਤ ਆ ਗਈ ਸੀ, ਦੁਪਹਿਰ ਦਾ ਟਾਈਮ, ਲੰਗਰ ਵਰਤ ਚੁੱਕਾ ਸੀ। ਤੇ ਗੁਰੂ ਸਾਹਿਬ ਨੇ ਮੈਨੂੰ ਸੁਨੇਹਾ ਭੇਜਿਆ ਵੀ 2-4 ਟੋਕਰੇ ਮਠਿਆਈ ਦੇ ਭੇਜ ਦੇ। ਤੇ ਮੈਂ ਨਾ ਕਰ ਦਿੱਤੀ। ਨਹਿ ਮੈਂ ਦੀਨੋ ਸਰਾਪ ਅਲਾਵਾ। ਮੈਂ ਕਿਹਾ ਵੀ ਇਹ ਮਠਿਆਈ ਤੇ ਬਰਾਤੀਆਂ ਨੇ ਖਾਣੀ ਹੈ, ਸਿੱਖਾਂ ਵਾਸਤੇ ਉਹ ਥੋੜਾ ਬਣੀ ਹੈ। ਤੇ ਬਸ ਇਸੇ ਗੱਲ ਤੋਂ ਰੰਜ ਹੋ ਕੇ ਮੈਨੂੰ ਸਰਾਪ ਦੇ ਦਿੱਤਾ। ਖਾਹੇ ਮਲੇਛਨ ਸੈਨ ਆਹਾਰਾ। ਕਹਿਣ ਲੱਗੇ ਜਿਹੜੀ ਮਠਿਆਈ ਤੂੰ ਮੇਰੀਆਂ ਸੰਗਤਾਂ ਨੂੰ ਨਹੀਂ ਨਾ ਦਿੱਤੀ, ਇਹ ਤੁਰਕ ਖਾਣਗੇ। ਬਸ ਇੰਨਾ ਹੀ, ਇੰਨੀ ਗਹਿਰੀ ਛੋਟੀ ਜਿਹੀ ਗਲਤੀ ਦਾ ਆ ਖਮਿਆਜਾ ਹੋਇਆ ਵੀ ਵਿਆਹ ਦੇ ਵਿੱਚ ਹੀ ਵਿਘਨ ਪਾ ਦਿੱਤਾ। ਹਾਂਜੀ, ਘਰ ਉਜੜ ਹੈ ਕੁਛ ਨਹੀਂ ਵਿਚਾਰਾ। ਇਹ ਨਹੀਂ ਸੋਚਿਆ ਵੀ ਮੇਰੀ ਧੀ ਦਾ ਵੀ ਤੇ ਵਿਆਹ, ਇਕੱਲੀ ਦਮੋਦਰੀ ਦੀ ਧੀ ਥੋੜਾ, ਧੀ ਤੇ ਮਹਾਰਾਜ ਦੀ ਵੀ ਹੈ। ਪਰ ਇਹ ਨਹੀਂ ਸੋਚਿਆ ਵੀ ਉਜੜੇਗਾ, ਲੜਾਈ ਹੋਵੇਗੀ, ਨੁਕਸਾਨ ਹੋਵੇਗਾ। ਬਸ ਇੰਨਾ ਵੀ ਕਿ ਮੇਰੇ ਸਿੱਖਾਂ ਨੂੰ ਮਠਿਆਈ ਨਹੀਂ ਦਿੱਤੀ, ਇਹ ਤੁਰਕ ਖਾਣਗੇ। ਇੰਨੀ ਛੇਤੀ ਇਹਨਾਂ ਨੇ ਬਚਨ ਛੱਡ ਦਿੱਤਾ। ਭੂਤ ਭਵਿੱਖ ਗਤੀ ਸਭ ਜਾਣੇ। ਇਹ ਜਾਣੀ ਜਾਣ ਨੇ ਭੂਤ ਭਵਿੱਖ ਇਹਨਾਂ ਨੂੰ ਸਭ ਪਤਾ ਹੈ। ਇਹ ਕਿਸੇ ਵੀ ਗੱਲ ਨੂੰ ਇਹਨਾਂ ਤੋਂ ਕੋਈ ਲੁਕੀ ਛਿਪੀ ਤਾਂ ਹੈ ਨਹੀਂ। ਸਾਰੀ ਸ੍ਰਿਸ਼ਟੀ ਦੇ ਮਾਲਕ ਨੇ, ਮੀਰੀ ਪੀਰੀ ਦੇ ਮਾਲਕ ਨੇ। ਜਾਂਤੇ ਨਹੀਂ ਹਕਾਰ ਨਠਾਨੇ। ਇਹਨਾਂ ਨੂੰ ਪਤਾ ਸੀ ਵੀ ਵਿਆਹ 'ਚ ਲੜਾਈ ਹੋਣੀ ਹੈ, ਵਿਆਹ 'ਚ ਜੰਗ। ਮੈਂ ਕਹਿੰਦੀ ਸੀ ਵੀ ਮਹਾਰਾਜ ਵਿਆਹ ਦੇ ਬਰਾਤ ਦੇ ਦਿਨ ਨੇੜੇ ਆ ਰਹੇ ਨੇ ਤੇ ਮੇਲ ਨੂੰ ਸੱਦ ਲਈਏ, ਤੇ ਚੁੱਪ ਕਰ ਜਾਂਦੇ ਸੀ। ਨਾ ਹਾਂ ਕੀਤੀ ਨਾ ਕੀਤੀ। ਮੈਂ ਕਹਿ ਛੱਡਦੀ ਸੀ ਵੀ ਉੱਥੋਂ ਮੌ ਸਾਹਿਬ ਵਾਲੇ ਨੇ ਤੁਹਾਡੇ ਨਾਨਕੇ, ਉਹਨਾਂ ਨੂੰ ਬੁਲਾਓ। ਤੇ ਮਹਾਰਾਜ ਵੱਡੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਗੋਇੰਦਵਾਲ ਸਾਹਿਬ ਤੋਂ ਉਹਨਾਂ ਨੂੰ ਬੁਲਾਓ। ਖਡੂਰ ਸਾਹਿਬ ਤੋਂ ਮਹਾਰਾਜ ਗੁਰੂ ਅੰਗਦ ਦੇਵ ਜੀ ਦਾ ਪਰਿਵਾਰ, ਉਹਨਾਂ ਨੂੰ ਵੀ ਸੱਦਾ ਭੇਜੀਏ ਵਿਆਹ 'ਤੇ। ਤੇ ਹੋਰ ਬੜੀ ਰਿਸ਼ਤੇਦਾਰੀ ਲਾਹੌਰ ਸ਼ਹਿਰ 'ਚ ਆਪਣੇ ਚਾਚੇ ਤਾਏ, ਉਹਨਾਂ ਨੂੰ ਬੁਲਾਈਏ। ਮੈਂ ਕਹਿੰਦੀ ਸੀ, ਅੱਗੋਂ ਨਾ ਹਾਂ ਨਾ, ਚੁੱਪ ਕਰਕੇ ਬੈਠੇ ਰਹਿੰਦੇ ਸੀ। ਮੈਂ ਕਹਿ ਕੇ ਥੱਕ ਗਈ। ਇਹਨਾਂ ਨੂੰ ਪਤਾ ਹੋਣਾ। ਹੁਣ ਮੈਂ ਸੋਚਦੀ ਹਾਂ ਵੀ ਚੰਗਾ ਹੀ ਹੋਇਆ ਤੁਸੀਂ ਵਿਆਹ 'ਤੇ ਨਹੀਂ ਆਏ। ਅਸੀਂ ਤੇ ਇੱਥੋਂ ਮਸੀਂ ਜਾਨਾਂ ਬਚਾ ਕੇ ਨਿਕਲੇ ਹਾਂ। ਜੇ ਤੁਸੀਂ ਆਏ ਹੁੰਦੇ ਤੁਸੀਂ ਵੀ ਸਾਡੇ ਨਾਲ ਖੱਜਲ ਖੁਆਰ ਹੋਣਾ ਸੀ। ਇਹ ਇਹਨਾਂ ਨੂੰ ਪਤਾ ਸੀ, ਇਸ ਕਰਕੇ ਇਹਨਾਂ ਨੇ ਵਿਆਹ 'ਚ ਮੇਲ ਨਹੀਂ ਸੱਦਿਆ।
ਪਰ ਹੈ ਵਿਆਹ ਮੈਂ ਬਿਗਨ ਵਿਸਲ ਹੈ। ਇਹ ਜਾਣਦੇ ਹੋਣਗੇ, ਮੈਨੂੰ ਤੇ ਨਹੀਂ ਪਤਾ, ਇਹਨਾਂ ਨੂੰ ਪਤਾ ਸੀ। ਇਸ ਕਰਕੇ ਵੀ ਵਿਆਹ 'ਚ ਲੜਾਈ ਹੋਣੀ ਹੈ, ਵਿਆਹ 'ਚ ਵਿਘਨ ਪੈਣਾ ਹੈ। ਹੋਏ ਹੈ ਇਮਕ ਟੰਬ ਕੋ ਹੱਲ ਹੈ। ਤੇ ਇੱਕ ਪਰਿਵਾਰ ਸਾਰਾ ਜਿਹੜਾ ਹੈ ਉਹ ਇੱਥੋਂ ਹਿੱਲ ਜਾਏਗਾ, ਜਗ੍ਹਾ ਅੰਮ੍ਰਿਤਸਰ ਦੀ ਛੱਡ ਕੇ ਜਾਣੀ ਪਵੇਗੀ। ਇਹ ਸੋਚ ਕੇ ਸ਼੍ਰੀ ਨਾਨਕ ਦੇ ਹੱਥ ਬਚਾਏ। ਇਹ ਤਾਂ ਚਾਚੀ ਜੀ ਗੁਰੂ ਨਾਨਕ ਦੇਵ ਜੀ ਨੇ ਹੱਥ ਦੇ ਕੇ ਬਚਾ ਲਿਆ। ਜਿਹੋ ਜਿਹਾ ਉੱਥੇ ਵਰਤਾਰਾ ਸੀ, ਉੱਥੇ ਤੇ ਜਾਨ ਵੀ ਨਹੀਂ ਸੀ ਬਚਣੀ। 7000 ਤੁਰਕ ਘਰਾਂ 'ਚ ਵੜ ਗਏ ਸੀ ਤੇ ਸਾਰਾ ਕੁਝ ਲੁੱਟ ਕੇ ਖਾ ਗਏ, ਕੁਝ ਨਹੀਂ ਛੱਡਿਆ ਉਹਨਾਂ ਨੇ। ਹਾਂਜੀ, ਕੁਸ਼ਲ ਸਹਿਤ ਇੱਕ ਤਨ ਨਿਕਸਾਏ। ਬਸ ਅਸੀਂ ਤੇ ਆਪਣੇ ਸਰੀਰ ਤੇ ਬੱਚੇ ਲੈ ਕੇ ਨਿਕਲੇ ਆ, ਹੋਰ ਉੱਥੇ ਕੁਝ ਨਹੀਂ ਸਾਂਭਿਆ ਸੀ। ਸਭ ਕੁਝ ਉੱਥੇ ਰਹਿ ਗਿਆ, ਕੱਪੜਾ ਲੱਤਾ ਮੰਜਾ ਬਿਸਤਰਾ ਕੁਝ ਨਹੀਂ ਚੁੱਕ ਸਕੇ। ਮੈਂ ਜਬ ਕਹਿਓ ਬੁਲਾਵਨ ਤੁਮੈ। ਮੈਂ ਕਿਹਾ ਸੀ ਕਿ ਗੋਇੰਦਵਾਲ ਸਾਹਿਬ ਵਾਲਿਆਂ ਨੂੰ, ਖੰਡੂਰ ਸਾਹਿਬ ਵਾਲਿਆਂ ਨੂੰ, ਮੌ ਸਾਹਿਬ ਵਾਲਿਆਂ ਨੂੰ, ਹੋਰ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਈਏ, ਵਿਆਹ ਤੇ ਇਕੱਠੇ ਕਰੀਏ। ਹਾਂਜੀ, ਤੂਸ਼ਨ ਹੋਏ ਰਹੇ ਤਿਹ ਸਮੈ। ਚੁੱਪ ਹੀ ਕਰ ਗਏ, ਕੋਈ ਬੋਲੇ ਹੀ ਨਹੀਂ। ਤੁਰਕਨ ਚੰਮੂ ਅਰਧ ਨਿਸ ਆਈ। ਤੇ ਚਾਚੀ ਜੀ ਤੁਰਕਾਂ ਦੀ ਫੌਜ ਅੱਧੀ ਰਾਤ ਨੂੰ ਆ ਪਈ। ਸਵੇਰੇ ਵਿਆਹ ਸੀ ਤੇ ਰਾਤ ਨੂੰ ਫੌਜ ਆ ਗਈ। ਹਾਂਜੀ, ਸਿੱਖ ਵਿਚਾਰਨ ਕੀਨ ਲੜਾਈ। ਸਿੱਖਾਂ ਵਿਚਾਰਿਆਂ ਨੇ ਲੜਾਈ ਕੀਤੀ, ਮੁਕਾਬਲਾ ਕੀਤਾ, ਬੜੇ ਸਿੱਖ ਸ਼ਹੀਦ ਹੋ ਗਏ। ਤਰਾਸ ਵਿਸਾਲ ਭਇਓ ਤਿਸ ਰਾਤ। ਉਹ ਰਾਤ ਤੇ ਚਾਚੀ ਜੀ ਬੜੀ ਡਰਾਉਣੀ ਸੀ। ਸਾਨੂੰ ਅੱਧੀ ਰਾਤ ਨੂੰ ਅੰਮ੍ਰਿਤਸਰ ਛੱਡਣਾ ਪਿਆ। ਬਾਲ ਬੱਚੇ ਲੈ ਕੇ ਮੈਂ ਘਰ ਭਰਿਆ ਛੱਡ ਕੇ ਆਈ। ਹਾਂਜੀ, ਹੇ ਅਲ ਕਹਾਂ ਕਹੋ ਸੋ ਬਾਤ। ਤੋ ਮਹਾਰਾਜ ਦੀ ਧਰਮ ਪਤਨੀ ਮਾਤਾ ਦਮੋਦਰੀ ਆਪਣੀਆਂ ਜਠਾਣੀਆਂ ਦਰਾਣੀਆਂ ਨੂੰ, ਆਪਣੀ ਚਾਚੀ ਸੱਸ ਨੂੰ ਇਉਂ ਸਾਰੀ ਕਹਾਣੀ ਸੁਣਾ ਰਹੀ ਹੈ ਜੰਗ ਦੀ। ਹਮ ਹੈ ਨਿਕਾਸ ਝਬਾਲ ਪਚਾਏ। ਸੋ ਫਿਰ ਸਾਨੂੰ ਤੇ ਝਬਾਲ ਭੇਜ ਦਿੱਤਾ। ਆਪ ਲਰੇ ਹਤ ਰਿਪ ਸਮੁਦਾਏ। ਸਾਨੂੰ ਤੋਰ ਕੇ ਤੇ ਫਿਰ ਇਹ ਜੰਗ 'ਚ ਵੜ ਗਏ। ਫਿਰ ਇਹਨਾਂ ਨੇ ਵੈਰੀਆਂ ਦਾ ਨਾਸ ਕਰ ਦਿੱਤਾ। 7000 ਫੌਜ ਮਾਰੀ ਇਹਨਾਂ ਨੇ ਤੁਰਕਾਂ ਦੀ। ਤੀਨੋਂ ਪਹਿਰ ਤੁਪਕ ਤਰਵਾਰ। 3 ਪਹਿਰ 9 ਘੰਟੇ ਪੂਰੇ ਢਾਲ ਤਲਵਾਰ ਗੋਲੀ ਤੀਰ ਚੱਲਦੇ ਰਹੇ। ਦੋਹੇ ਦਸ਼ ਤੇ ਭਟ ਮਰੇ ਸੋ ਮਾਰ। ਦੋਹਾਂ ਪਾਸਿਆਂ ਦੇ ਸੈਂਕੜੇ ਸੂਰਮੇ ਮਾਰ ਕੇ ਮਰ ਗਏ। ਕਈ ਹਜ਼ਾਰ ਤੁਰਕ ਕੀ ਸੈਨਾ। ਕਈ ਹਜ਼ਾਰ ਤੁਰਕ ਦੀ ਫੌਜ ਸੀ, 7000 ਫੌਜ ਸੀ ਤੁਰਕਾਂ ਦੀ। ਸੰਘਾਰੀ ਸਭ ਸੰਗਰ ਐਨਾ। ਉਹ ਇਹਨਾਂ ਨੇ ਜੰਗ 'ਚ ਮਾਰ ਛੱਡੀ। ਢਰੇ ਦੁਪਹਿਰੇ ਕੇ ਤਿਕ ਪਾਛੇ। ਜਦੋਂ ਦੁਪਹਿਰ ਢਲ ਗਿਆ, 2-3 ਵੱਜ ਗਏ ਦਿਨ ਦੇ, ਹਮ ਸੋ ਆਨ ਮਿਲੇ ਜਬ ਬਾਂਛੇ। ਫਿਰ ਇਹ ਜੰਗ ਖਤਮ ਕਰਕੇ ਤੇ ਝਬਾਲ ਆਏ, ਸਾਨੂੰ ਆ ਕੇ ਸ਼ਾਮਾਂ ਵੇਲੇ ਮਿਲੇ ਆ ਕੇ। ਤਹਾਂ ਬਰਾਤ ਮੋਰ ਕਰ ਆਨ। ਉੱਥੇ ਬਰਾਤ ਜਿਹੜੀ ਅੰਮ੍ਰਿਤਸਰ ਆਉਣੀ ਸੀ ਉਹਨੂੰ ਸੁਨੇਹਾ ਭੇਜਦਾ ਸੀ ਵੀ ਤੁਸੀਂ ਝਬਾਲ ਆ ਜਾਓ। ਉਹ ਵਿਚਾਰੇ ਬਰਾਤੀ ਵੀ ਪਰੇਸ਼ਾਨ ਹੁੰਦੇ ਹੋਏ ਪਹਿਲਾਂ ਅੰਮ੍ਰਿਤਸਰ ਤੁਰੇ ਪਏ ਸੀ। ਅੰਮ੍ਰਿਤਸਰ ਦੇ ਰਾਹ 'ਚੋਂ ਮੁੜ ਕੇ ਉਹ ਬਰਾਤੀ ਝਬਾਲ ਗਏ। ਫੇਰੇ ਫੇਰ ਸੁਤਾ ਤਿਸ ਥਾਨ। ਅਸੀਂ ਉੱਥੇ ਭਾਈ ਲੰਗਾ ਚੌਧਰੀ ਦੇ ਘਰ ਸਾਰਾ ਪ੍ਰਬੰਧ ਕਰਕੇ, ਭਾਈ ਲੰਗਾ ਨੇ ਸਾਰਾ ਲੰਗਰ ਪਾਣੀ ਦਾ ਬੰਦੋਬਸਤ ਕਰਕੇ ਦਿੱਤਾ। ਉੱਥੇ ਆਪਣੀ ਬੇਟੀ ਬੀਬੀ ਬੀਰੋ ਦੇ ਫੇਰੇ ਕੀਤੇ। ਲੜਾਈ ਉਧਰ ਤੇ ਇੱਧਰ ਵਿਆਹ, ਇਉਂ ਸਾਨੂੰ 2 ਪਾਸੇ ਧਿਆਨ ਦੇਣਾ ਪਿਆ। ਚੜੇ ਆਜ ਤਹ ਤੇ ਚਲ ਆਏ। ਤੇ ਉੱਥੋਂ ਵਿਆਹ ਕਰਕੇ ਅਸੀਂ ਤਰਨਤਾਰਨ ਆਏ ਸੀ ਤੇ ਰਾਤ ਉੱਥੇ ਰਹੇ ਆ ਤੇ ਅੱਜ ਤੁਹਾਡੇ ਕੋਲ ਆ ਗਏ ਆ। ਚਾਚੀ ਜੀ ਆ 2-3 ਦਿਨ ਹੋ ਗਏ ਨੇ, ਨਾ ਤਾਂ ਸੁੱਖ ਦੀ ਨੀਂਦ ਸੁੱਤੇ ਆ ਤੇ ਨਾ ਕਿਤੇ ਆਰਾਮ ਮਿਲਿਆ। ਇਹ 3-4 ਦਿਨ ਅਸੀਂ ਵਿਆਹ ਦੇ ਵਿੱਚ ਮੁਸੀਬਤ ਵੇਖੀ ਹੈ, ਖੁਸ਼ੀਆਂ ਦੇ ਸਮੇਂ ਅਸੀਂ ਗਮੀ ਵੇਖੀ ਹੈ। ਹਾਂਜੀ, ਸੁਨ ਸਭ ਕੇ ਮਨ ਤਬ ਬਿਸਮਾਏ। ਇਹ ਜਦੋਂ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਂਦੇਵੀ ਜੀ ਸੁਣਾ ਰਹੀਆਂ ਸੀ, ਖਾਸ ਕਰਕੇ ਮਾਤਾ ਦਮੋਦਰੀ ਦੱਸ ਰਹੀ ਸੀ, ਵੱਡੀ ਸੀ ਨਾ ਉਹ, ਤੇ ਭੱਲਿਆਂ ਦੀਆਂ ਜਿੰਨੀਆਂ ਬੀਬੀਆਂ ਸਨ, ਗੁਰੂ ਅਮਰਦਾਸ ਦੀਆਂ ਪੋਤਰੇ ਨੂੰਹਾਂ ਤੇ ਪੜਪੋਤਰੇ ਨੂੰਹਾਂ, ਉਹ ਸੁਣ ਕੇ ਹੈਰਾਨ ਹੋ ਰਹੀਆਂ ਸਨ। ਹਾਂਜੀ, ਪੁਨ ਆਨੰਦ ਕੀ ਤਰਨੀ ਕਹਿਓ। ਫਿਰ ਬਾਬੇ ਆਨੰਦ ਦੀ ਘਰ ਵਾਲੀ ਗੁਰੂ ਹਰਗੋਬਿੰਦ ਸਾਹਿਬ ਦੀ ਚਾਚੀ ਬੋਲੀ, ਭਲੀ ਭਈ ਤਨ ਸਭ ਸੁਖ ਰਹਿਓ। ਕਹਿਣ ਲੱਗੀ ਸ਼ੁਕਰ ਹੈ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ, ਸਰੀਰ ਤਾਂ ਰਾਜੀ ਨੇ, ਆਪਣੇ ਪਰਿਵਾਰ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਹਾਂਜੀ, ਧਨ ਤੋ ਆਵਨ ਜਾਨੋ ਜਾਨ। ਮਾਈ ਕਹਿਣ ਲੱਗੀ ਪੈਸਾ ਤਾਂ ਆਉਣ ਜਾਣ ਵਾਲੀ ਚੀਜ਼ ਹੈ, ਆਉਂਦਾ ਵੀ ਹੈ ਜਾਂਦਾ ਵੀ ਹੈ, ਫਿਰ ਆ ਜਾਂਦਾ, ਪਰ ਗਏ ਹੋਏ ਜੀ ਨਹੀਂ ਵਾਪਸ ਆਉਂਦੇ। ਹੋਏ ਹੈ ਫੇਰ ਸਮਾਜ ਮਹਾਨ। ਇਹ ਤਾਂ ਫਿਰ ਵੱਧ ਜਾਏਗਾ, ਸਾਜੋ ਸਮਾਨ ਹੋ ਜਾਏਗਾ। ਕਰਤ ਬਾਤ ਨਿਸਜਾਮ ਬਿਤਾਈ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਹੋਇਆਂ ਸਾਧ ਸੰਗਤ ਜੀ ਰਾਤ ਬੀਤ ਗਈ।
ਸੁਪਤ ਜਥਾ ਸੁਖ ਤਬ ਸਮੁਦਾਈ। ਕੁਝ ਸਮਾਂ 10-11 ਵਜੇ ਜਾ ਕੇ ਸੁੱਤੇ ਤੇ ਸਵੇਰੇ ਅੰਮ੍ਰਿਤ ਵੇਲੇ ਉੱਠੇ। ਵਹਿਰ ਗੁਰੂ ਜਮਖਾਨ ਰੋਪਾਨ। ਬਾਹਰ ਮਹਾਰਾਜ ਜਿੱਥੇ ਛਾਉਣੀ ਸੀ ਫੌਜ ਦੀ, ਉੱਥੇ ਛਾਉਣੀ ਵਿੱਚ ਤੰਬੂ ਵਿੱਚ ਬਿਰਾਜੇ ਛੇਵੇਂ ਪਾਤਸ਼ਾਹ ਜੀ। ਸੋ ਭੀ ਸੁਨਹੁ ਕਥਾ ਸੁਖਮਾਨ। ਉਹ ਵੀ ਕਥਾ ਬੜੇ ਪ੍ਰੇਮ ਨਾਲ ਸੁਣਨ ਵਾਲੀ ਹੈ। ਦੋਹਰਾ ਇਕ ਰਣ ਕਰਤੇ ਵਿਆਹ ਪੁੰਨ। ਇੱਕ ਰਾਤ ਤਾਂ ਜੰਗ ਕਰਦਿਆਂ ਬੀਤੀ ਸੀ ਤੇ ਦੂਜੀ ਰਾਤ ਵਿਆਹ ਕਰਦਿਆਂ ਬੀਤੀ ਸੀ। ਦਵਾਇ ਨਿਸ ਨੀਂਦ ਨਾ ਪਾਏ। 2 ਰਾਤਾਂ ਤੇ ਸੌਂ ਕੇ ਵੇਖਿਆ ਹੀ ਨਹੀਂ ਸੀ ਬਿਲਕੁਲ। ਬਿਨ ਸੰਸੈ ਬਿਸਰਾਮ ਕਰ। ਸਾਧ ਸੰਗਤ ਜੀ, ਅੱਜ ਮਹਾਰਾਜ ਕੁਝ ਆਰਾਮ ਕੀਤਾ ਛੇਵੇਂ ਪਾਤਸ਼ਾਹ ਨੇ 3-4 ਦਿਨਾਂ ਪਿੱਛੋਂ। ਸੁਪਤ ਭਏ ਸਮੁਦਾਏ। ਸਾਰੀ ਫੌਜ ਨੇ ਵੀ ਆਰਾਮ ਕੀਤਾ। ਇਸ ਤੋਂ ਅੱਗੇ ਕਥਾ ਗੁਰਦੁਆਰੇ ਸਾਹਿਬਾਂ ਦੇ ਦਰਸ਼ਨਾਂ ਦੀ ਕੱਲ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ। ਦਇਆਲ